ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਮਹਾਂਪੁਰਖ ਬਾਬਾ ਨੰਦ ਸਿੰਘ ਹੋਣੇ ਦੇ ਜੀਵਨ ਦਰਸ਼ਨਾਂ ਦੀ ਅਗਲੀ ਪ੍ਰਸੰਗ ਕਥਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਇੱਕ ਵਾਰ ਸੰਤ ਬਾਬਾ ਨੰਦ ਸਿੰਘ ਹੋਣਾ ਦੇ ਮਨ ਦੇ ਵਿੱਚ ਫੁਰਨਾ ਆਇਆ ਕਿ ਕਿਉਂ ਨਾ ਭੁੱਚੋ ਮੁੱਢੀ ਜਾ ਕੇ ਆਪਣੇ ਗੁਰਦੇਵ ਜੀ ਦੇ ਦਰਸ਼ਨ ਕਰੀਏ। ਸੋ ਉਹਨਾਂ ਨੇ ਆਪਣੇ ਮਨ ਦਾ ਜਿਹੜਾ ਖਿਆਲ ਜਾਂ ਫੁਰਨਾ ਸੀਗਾ, ਆਪਣੇ ਇੱਕ ਪ੍ਰੇਮੀ ਹੁੰਦੇ ਸੀ ਸਰਦਾਰ ਹਾਕਮ ਸਿੰਘ ਜੀ, ਉਹਨਾਂ ਦੇ ਨਾਲ ਜਦ ਮਹਾਂਪੁਰਖਾਂ ਨੇ ਸਾਂਝਾ ਕੀਤਾ, ਫਿਰ ਸਰਦਾਰ ਹਾਕਮ ਸਿੰਘ ਹੋਣਾ ਨੇ ਉਸੇ ਟਾਈਮ ਮਹਾਂਪੁਰਖ ਨੂੰ ਕਿਹਾ ਕਿ ਤੁਸੀਂ ਜਿਵੇਂ ਹੁਕਮ ਕਰੋਗੇ ਹਨ, ਅਸੀਂ ਤਾਂ ਹਰ ਟਾਈਮ ਤਿਆਰ ਹੀ ਹਾਂ। ਪਰ ਉਸੇ ਟਾਈਮ ਇੱਕ ਤਾਂਗਾ ਮੰਗਾਇਆ ਗਿਆ। ਉਸ ਤਾਂਗੇ ਦੇ ਉੱਤੇ ਸਰਦਾਰ ਹਾਕਮ ਸਿੰਘ ਬਾਬਾ ਨੰਦ ਸਿੰਘ ਹੋਣਾ ਦੇ ਨਾਲ ਬੈਠ ਕੇ ਜਦ ਮਗਿਆਣੇ ਸਟੇਸ਼ਨ 'ਤੇ ਗਏ ਤੇ ਇੱਥੇ ਆ ਕੇ ਪਹਿਲੇ ਫਸਟ ਕਲਾਸ ਦਾ ਜਿਹੜਾ ਡੱਬੇ ਦੀ ਟਿਕਟ ਸੀ ਸਰਦਾਰ ਹਾਕਮ ਸਿੰਘ ਹੋਣਾ ਨੇ ਬਾਬਾ ਨੰਦ ਸਿੰਘ ਹੋਣਾ ਵਾਸਤੇ ਲਈ ਆ, ਅਤੇ ਉਸ ਫਸਟ ਕਲਾਸ ਦੇ ਡੱਬੇ ਦੀ ਜਿਹੜੀ ਸਵਾਰੀ ਕਰਕੇ ਅਗਲੇ ਦਿਨ ਭੁੱਚੋ ਮੰਡੀ ਜਦ ਪਹੁੰਚੇ ਆ, ਅਤੇ ਇੱਥੇ ਆ ਕੇ ਬਾਬਾ ਨੰਦ ਸਿੰਘ ਹੋਣਾ ਨੇ ਆਪਣੇ ਗੁਰਦੇਵ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਹੋਣਾ ਦੇ ਚਰਨਾਂ 'ਚ ਮੱਥਾ ਟੇਕਿਆ। ਇੱਥੇ ਫਿਰ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਹੋਣਾ ਹੀ ਬਾਬਾ ਨੰਦ ਸਿੰਘ ਹੋਣਾ ਨੂੰ ਮਿਲ ਕੇ ਬੜੇ ਪ੍ਰਸੰਨ ਹੋਇਆ ਅਤੇ ਇਹਨਾਂ ਵਾਸਤੇ ਇੱਕ ਜਿਹੜੀ ਵੱਖਰੀ ਜਗ੍ਹਾ ਸੀ ਨਾ, ਉੱਥੇ ਰਿਹਾਇਸ਼ ਕਰਾਈ ਆ। ਇੱਥੇ ਹੀ ਫਿਰ ਸੰਤ ਹਰਨਾਮ ਸਿੰਘ ਹੋਣਾ ਨੇ ਸੰਤ ਬਾਬਾ ਨੰਦ ਸਿੰਘ ਹੋਣਾ ਦੀ ਬੜੀ ਆਓ ਭਗਤ ਅਤੇ ਸੇਵਾ ਕੀਤੀ ਸੀਗੀ। ਇਸੇ ਹੀ ਅਸਥਾਨ ਦੇ ਉੱਤੇ ਬਾਬਾ ਨੰਦ ਸਿੰਘ ਹੋਣਾ ਨੇ ਉਹਨਾਂ ਦਿਨਾਂ ਦੇ ਵਿੱਚ ਦੇਖਿਆ ਸੀਗਾ ਕਿ ਇੱਥੇ ਇੱਕ ਬੜਾ ਅਨੋਖਾ ਕੌਤਕ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਹੋਣਾ ਦੇ ਡੇਰੇ 'ਚ ਵਰਤਦਾ ਕਿ ਬਾਬਾ ਜੀ ਹਰੇਕ 8 ਦਿਨਾਂ ਦੇ ਵਿੱਚ ਇੱਕ ਜਿੰਨੇ ਵੀ ਸਾਧੂ ਇਸ ਡੇਰੇ ਦੇ ਵਿੱਚ ਸੇਵਾ ਕਰਦੇ ਆ, ਉਹਨਾਂ ਦੀ ਇੱਕ ਮੀਟਿੰਗ ਜਾਂ ਸਭਾ ਬੁਲਾਉਂਦੇ ਆ। ਉਹਦੇ ਵਿੱਚ ਇਕੱਲੇ ਸਾਧੂ ਨੂੰ ਪੁੱਛਦੇ ਆ ਕਿ ਭਾਈ ਤੂੰ ਸਾਨੂੰ ਇਹ ਦੱਸ ਕਿ ਤੂੰ ਕਿਸ ਮਨਸ਼ਾ ਜਾਂ ਇੱਛਾ ਦੇ ਨਾਲ ਇਸ ਡੇਰੇ ਵਿੱਚ ਸੇਵਾ ਕਰਦਾ। ਸੋ ਹਰੇਕ ਬਹੰਗਮ ਜਿਹੜਾ ਸਾਧੂ ਸੀਗਾ ਉਹ ਆਪਣੇ ਮਨ ਦੀ ਇੱਛਾ ਜਿਹੜੀ ਸੀ ਮਹਾਂਪੁਰਖਾਂ ਨਾਲ ਜ਼ਾਹਰ ਕਰਦਾ ਹੁੰਦਾ ਸੀ। ਉਹਨਾਂ ਟਾਈਮਾਂ ਦੇ ਵਿੱਚ ਇੱਕ ਸਾਧੂ ਹੋਰ ਆਇਆ ਜੋ ਨਵਾਂ ਆਇਆ ਸੀ। ਜਦ ਉਹਦੀ ਵਾਰੀ ਆਈ ਅਤੇ ਉਹਨੇ ਫਿਰ ਮਹਾਂਪੁਰਖਾਂ ਨੂੰ ਦੱਸਿਆ ਸੀਗਾ ਕਿ ਮੇਰੀ ਇੱਛਾ ਇਹ ਹੈ ਕਿ ਮੇਰੇ 2 ਹੋਰ ਭਰਾ ਹੈ ਅਤੇ ਉਹਨਾਂ ਦੋਨਾਂ ਭਰਾਵਾਂ ਕੋਲੋਂ ਮੇਰੀ ਜ਼ਮੀਨ ਦਾ ਹਿੱਸਾ ਪਿਆ ਹੈਗਾ, ਅਤੇ ਤੁਸੀਂ ਕਿਰਪਾ ਕਰੋ ਮੇਰੇ ਭਰਾਵਾਂ ਤੋਂ ਮੇਰੀ ਜ਼ਮੀਨ ਦਾ ਹਿੱਸਾ ਵਾਪਸ ਦਵਾ ਦਿਓ। ਜਦ ਇਹ ਗੱਲ ਹੋਈ ਤਾਂ ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਬਈ ਤੇਰੇ ਭਰਾ ਤਾਂ ਦਰਅਸਲ ਤੇਰਾ ਹੀ ਖੂਨ ਆ ਅਤੇ ਉਹਨਾਂ ਦੇ ਪਰਿਵਾਰ ਵੱਡੇ ਹੈਗੇ ਆ, ਅਤੇ ਅਗਰ ਤੇਰੀ ਜ਼ਮੀਨ ਦੀ ਹਿੱਸੇ ਦੇ ਵਿੱਚ ਉਹ ਆਪਣੇ ਪਰਿਵਾਰਾਂ ਨੂੰ ਰੋਟੀ ਖਿਲਾ ਰਹੇ ਆ ਅਤੇ ਇਹਦੇ ਵਿੱਚ ਤਾਂ ਤੈਨੂੰ ਖੁਸ਼ੀ ਹੋਣੀ ਚਾਹੀਦੀ ਆ। ਪਰ ਉਹ ਸਾਧੂ ਕਹਿਣ ਲੱਗਾ ਜੀ ਇਹ ਤਾਂ ਗੱਲ ਠੀਕ ਹੈ, ਪਰ ਉਹ ਮੇਰੇ ਸ਼ਰੀਕ ਹੈ ਅਤੇ ਮੈਂ ਆਪਣੀ ਜ਼ਮੀਨ ਜਿਹੜੀ ਆਪਣੇ ਸ਼ਰੀਕਾਂ ਤੋਂ ਜ਼ਰੂਰ ਛਡਾਉਣੀ ਆ। ਪਰ ਇਹ ਸੁਣ ਕੇ ਫਿਰ ਮਹਾਂਪੁਰਖ ਚੁੱਪ ਕਰ ਗਏ। ਪਰ ਅਗਲੇ 8 ਦਿਨਾਂ ਬਾਅਦ ਜਦ ਫਿਰ ਮਹਾਂਪੁਰਖਾਂ ਨੇ ਜਿਹੜਾ ਸੀਗਾ ਦੁਬਾਰਾ ਉਹ ਸਾਧੂ ਨੂੰ ਬੁਲਾਇਆ ਅਤੇ ਉਹਦੀ ਮਨਸ਼ਾ ਪੁੱਛੀ ਵੀ ਤੂੰ ਕਿਸ ਮਨਸ਼ਾ ਇੱਛਾ ਦੇ ਨਾਲ ਇੱਥੇ ਸੇਵਾ ਕਰਦਾ। ਉਹਨੇ ਫਿਰ ਜ਼ਮੀਨ ਦੀ ਗੱਲ ਦੁਹਰਾਈ ਅਤੇ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ, ਕਹਿੰਦੇ ਦੇਖ ਭਾਈ ਉਹ ਤੇਰੇ ਭਰਾ ਤਾਂ ਵਿਆਹੇ ਹੋਏ ਆ ਅਤੇ ਤੂੰ ਤਾਂ ਵਿਹੰਗਮ ਸਾਧੂ ਹੈ, ਤੈਂ ਜ਼ਮੀਨ ਕੀ ਕਰਨੀ ਹੈ। ਉਹ ਕਹਿਣ ਲੱਗਾ ਜੀ ਮੈਨੂੰ ਜ਼ਮੀਨ ਜਿਹੜੀ ਹੈ ਹਰ ਹਾਲਤ ਵਿੱਚ ਚਾਹੀਦੀ ਹੈ। ਅਤੇ ਮਹਾਂਪੁਰਖ ਕਹਿੰਦੇ ਫਿਰ ਤੂੰ ਜ਼ਮੀਨ ਲੈ ਕੇ ਕੀ ਕਰੂੰਗਾ। ਦਰਅਸਲ ਜ਼ਿਆਦਾ ਤੋਂ ਜ਼ਿਆਦਾ ਤੂੰ ਇਸ ਨੂੰ ਜਿਹੜਾ ਹੈ ਉਹ ਵੇਚ ਵੱਟ ਕੇ ਫਿਰ ਐਸ਼ ਹੀ ਕਰੇਗਾ, ਹੋਰ ਤਾਂ ਤੇਰੇ ਕਿਸੇ ਕੰਮ ਨਹੀਂ ਆਉਣੀ। ਜਦ ਇਹ ਗੱਲ ਹੋਈ ਤਾਂ ਉਹ ਸਾਧੂ ਚੁੱਪ ਕਰ ਗਿਆ। ਜਦ ਤੀਸਰੀ ਵਾਰ ਮਹਾਂਪੁਰਖਾਂ ਨੇ ਉਹਨੂੰ ਫਿਰ ਪੁੱਛਿਆ ਵੀ ਤੂੰ ਕਿਸ ਇੱਛਾ ਦੇ ਨਾਲ ਇਸ ਅਸਥਾਨ 'ਤੇ ਸੇਵਾ ਕਰਦਾ। ਉਹਨੇ ਫਿਰ ਉਸੇ ਜ਼ਮੀਨ ਦੀ ਜਿਹੜੀ ਸੀ ਗੱਲ ਦੁਹਰਾਈ। ਜਦੋਂ ਗੱਲ ਨੂੰ ਦੁਹਰਾਇਆ ਤਾਂ ਮਹਾਂਪੁਰਖਾਂ ਦਾ ਇੱਕ ਸੇਵਾਦਾਰ ਸੀ ਜਿਹਦਾ ਨਾਂ ਨੀਲਾ ਹੁੰਦਾ ਸੀ। ਮਹਾਂਪੁਰਖਾਂ ਨੇ ਆਪਣੇ ਸੇਵਾਦਾਰ ਨੂੰ ਆਖਿਆ ਕਿ ਇਸ ਨੂੰ ਜਾ ਕੇ ਇੱਕ ਥੜੇ 'ਤੇ ਲੰਮਾ ਪਾ ਦਿਓ ਅਤੇ ਇਹਦੇ ਉੱਤੇ ਚਾਦਰ ਦੇ ਦਿਓ ਅਤੇ ਇਹਨੂੰ ਸੁਖਮਨੀ ਸਾਹਿਬ ਬਾਣੀ ਦੀ ਜਿਹੜੀ ਹੈ ਪੂਰੀ ਅਸ਼ਟਪਦੀ ਇਹਨੂੰ ਸਰਵਣ ਕਰਾਵੋ। ਜਦ ਇਹ ਜਿਹੜੇ ਸੀ ਬਚਨ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਹੋਣਾ ਨੇ ਆਪਣੇ ਸੇਵਕ ਨੀਲੇ ਨਾ ਕਹੇ ਤਾਂ ਉਹਨੇ 7 ਬਚਨ ਕਹਿ ਕੇ ਉਹ ਸਾਧੂ ਨੂੰ ਇੱਕ ਥੜੇ 'ਤੇ ਲਿਟਾਤਾ ਅਤੇ ਉਹਦੇ ਉੱਤੇ ਇੱਕ ਸੁੰਦਰ ਚਾਦਰ ਦੇ ਕੇ ਤਾਂ ਉਹਨੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਸੀਗਾ ਸੁਣਨਾ ਸ਼ੁਰੂ ਕਰ ਦਿੱਤਾ। ਜਦ ਪਾਠ ਦਾ ਭੋਗ ਪਿਆ ਅਤੇ ਜਦ ਫਿਰ ਜਿਹੜਾ ਸੀਗਾ ਉਹ ਨੀਲੇ ਨੇ ਉਸ ਉੱਤੇ ਚਾਦਰ ਲਾਈ, ਜਦ ਕੀ ਦੇਖਿਆ ਉਹ ਸਾਧੂ ਆਪਣਾ 5 ਭੂਤਕ ਸਰੀਰ ਤਿਆਗ ਚੁੱਕਾ ਸੀਗਾ। ਜਦ ਤਿਆਗ ਚੁੱਕਾ ਸੀਗਾ ਅਤੇ ਇਹਦੀ ਜਿਹੜੀ ਖਬਰ ਸੀ ਪੂਰੇ ਜਿਹੜੀ ਸੀ ਉਹ ਡੇਰੇ ਅਤੇ ਇਲਾਕੇ ਦੇ ਵਿੱਚ ਪੈ ਗਈ ਕਿ ਮਹਾਂਪੁਰਖਾਂ ਨੇ ਉਸ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਨ ਵਾਸਤੇ ਉੱਪਰ ਚਾਦਰ ਦਿੱਤੀ ਸੀ। ਪਰ ਉਹ ਸਾਧੂ ਪਾਠ ਸੁਣਦਾ ਹੀ ਆਪਣਾ 5 ਭੂਤਕ ਸਰੀਰ ਤਿਆਗ ਗਿਆ। ਜਦ ਇਹ ਗੱਲ ਹੋਈ ਤਾਂ ਫਿਰ ਬਾਬਾ ਹਰਨਾਮ ਸਿੰਘ ਕੋਲ ਜਦ ਖਬਰ ਜਿਹੜੀ ਸੀ ਸੰਗਤ ਨੇ ਪਹੁੰਚਾਈ ਆ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਇਹ ਜਿਹੜਾ ਸਾਧੂ ਸੀਗਾ ਇਹ ਆਪਣੇ ਅੜੀਅਲ ਵਤੀਰੇ ਦਾ ਸੀਗਾ, ਸੋ ਇਸ ਕਰਕੇ ਅਸੀਂ ਜਿਹੜਾ ਸੀਗਾ ਇਸ ਨੂੰ ਇਹਦਾ ਜਿਹੜਾ ਸਰੀਰ ਛਡਾ ਕੇ
ਤੇ ਇਸ ਨੂੰ ਫਿਰ ਜਿਹੜਾ ਸੀਗਾ ਇੱਕ ਹੋਰ ਨਵਾਂ ਸਰੀਰ ਦੇ ਦਿੱਤਾ, ਜਿਹਦੇ ਵਿੱਚ ਇਹ 9 ਮਹੀਨੇ ਜਿਹੜਾ ਹੈ ਨਾ ਹੁਣ ਪੁੱਠਾ ਲੱਟ ਕੇ ਸਜ਼ਾ ਭੁਗਤੇਗਾ। ਜਦ 9-10 ਮਹੀਨੇ ਦੀ ਜਿਹੜੀ ਗੱਲ ਮਹਾਂਪੁਰਖਾਂ ਨੇ ਕੀਤੀ ਤੇ ਫਿਰ ਜਿਹੜੀ ਸੰਗਤ ਸੀਗੀ ਉਹ ਚੁੱਪ ਕਰ ਗਈ। ਪਰ ਉਸ ਟਾਈਮ ਇਸ ਪ੍ਰੇਮੀ ਨੇ ਮਹਾਂਪੁਰਖਾਂ ਨੂੰ ਕਿਹਾ ਸੀ ਕਿ ਮਹਾਂਪੁਰਖੋ, ਇਹ ਸਾਧੂ ਜਿਹੜਾ ਸੀ ਜਿੰਨਾ ਚਿਰ ਆਪ ਦੇ ਡੇਰੇ 'ਚ ਰਿਹਾ, ਇਹਨੇ ਆਪ ਦੀ ਵੀ ਸੇਵਾ ਜਿਹੜੀ ਹੈ ਇੱਥੇ ਕਾਫੀ ਕੀਤੀ ਹੈ, ਤੇ ਇਹ ਸੇਵਾ ਦਾ ਇਹਨੂੰ ਫਲ ਕੀ ਮਿਲਿਆ ਹੈ। ਜਦ ਇਹ ਗੱਲ ਹੋਈ ਹੈ ਤੇ ਫਿਰ ਸੰਤ ਬਾਬਾ ਹਰਨਾਮ ਸਿੰਘ ਹੋਣਾ ਨੇ ਹੈ ਨਾ ਫਿਰ ਇਸ ਗੱਲ ਦਾ ਉੱਤਰ ਇਹ ਦਿੱਤਾ ਸੀ, ਕਹਿੰਦੇ ਦੇਖ ਭਾਈ, ਇਸ ਦੀ ਜੋ ਇਹਨੇ ਇੱਥੇ ਡੇਰੇ ਦੇ ਵਿੱਚ ਰਹਿ ਕੇ ਸੇਵਾ ਕੀਤੀ ਆ, ਇਸ ਨੂੰ ਅਸੀਂ ਇਹਦਾ ਫਲ ਇਹ ਦਿੱਤਾ ਹੈਗਾ ਕਿ ਇਹਦਾ ਜਿਹੜਾ ਅਗਲਾ ਜਨਮ ਹੈ ਨਾ ਉਹ ਗਵਾਲੀਅਰ ਦਾ ਜਿਹੜਾ ਰਾਜਾ ਹੈਗਾ ਉਹਦੇ ਘਰ ਦੇ ਵਿੱਚ ਹੋਵੇਗਾ, ਤੇ ਇਹ ਆਉਣ ਵਾਲਾ ਗਵਾਲੀਅਰ ਦਾ ਰਾਜਾ ਬਣੇਗਾ। ਤੇ ਨਾਲੇ ਜਿਹੜਾ ਹੁਣ ਦਾ ਮੌਜੂਦਾ ਰਾਜਾ ਗਵਾਲੀਅਰ ਦਾ ਹੈਗਾ ਉਸ ਨੂੰ ਵੀ ਪੁੱਤਰ ਪ੍ਰਾਪਤੀ ਦੀ ਕਾਫੀ ਚਾਹਤ ਹੈ, ਨਾਲੇ ਉਹਦੀ ਵੀ ਇੱਛਾ ਪੂਰੀ ਹੋ ਜੂਗੀ, ਤੇ ਇਹ ਸਾਧੂ ਦਾ ਜਨਮ ਜਿਹੜਾ ਉੱਥੇ ਵੀ ਹੋ ਜੂਗਾ ਜਿੱਥੇ ਇਹ ਆਪਣੇ ਭਰਾਵਾਂ ਦੀ ਜ਼ਮੀਨ ਤਰਸਣ ਵਾਸਤੇ ਜਿੱਦ ਕਰਦਾ ਸੀਗਾ। ਉੱਥੇ ਇਸ ਨੂੰ ਜਿਹੜਾ ਨਾ ਰਾਜ ਘਰਾਣੇ ਦੀ ਸਾਰੀ ਜਾਇਦਾਦ ਜਿਹੜੀ ਹੈਗੀ ਆ ਉਹ ਵਾਰਸ ਦੇ ਰੂਪ ਦੇ ਵਿੱਚ ਪ੍ਰਾਪਤ ਹੋ ਜਾਊਗੀ। ਇਹ ਇਹਨੂੰ ਸੇਵਾ ਦਾ ਅਸੀਂ ਫਲ ਦੇਤਾ ਹੈਗਾ। ਜਦ ਸੰਤ ਮਹਾ ਹਰਨਾਮ ਸਿੰਘ ਹੋਣਾ ਦੇ ਇਹ ਬਚਨ ਸਾਰੀ ਸੰਗਤ ਨੇ ਸੁਣੇ ਸੀਗੇ, ਤੇ ਸੰਗਤ ਜਿਹੜੀ ਸੀ ਮਹਾਂਪੁਰਖਾਂ ਦੇ ਬਚਨ ਸੁਣ ਕੇ ਹੈ ਨਾ ਬੜੀ ਪ੍ਰਸੰਨ ਹੋਈ ਆ, ਕਿਉਂਕਿ ਸਾਧ ਕੀ ਮਹਿਮਾ ਵੇਦ ਨ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ। ਇਸੇ ਕਰਕੇ ਜਾਣੀ ਗੁਰਬਾਣੀ ਦੇ ਵਿੱਚ ਸਾਧ ਦੀ ਜਿਹੜੀ ਉਪਮਾ ਹੈਗੀ ਆ ਉਹ ਬੇਅੰਤ ਕਹੀ ਜਾਂਦੀ ਹੈ। ਇੱਕ ਵਾਰ ਜਦ ਸੰਤ ਬਾਬਾ ਨੰਦ ਸਿੰਘ ਹੋਣੀ ਜਗਰਾਮੀ ਗਏ ਆ, ਜਗਰਾਮੀ ਜਾ ਕੇ ਇੱਕ ਹੈ ਨਾ ਬੇਰੀਆਂ ਦੀ ਕੋਠੀ ਆ, ਉੱਥੇ ਮਹਾਂਪੁਰਖਾਂ ਨੇ ਰਿਹਾਇਸ਼ ਬਣਾਈ ਆ, ਤੇ ਇੱਥੇ ਹੀ ਜਗਰਾਮਾ ਦੇ ਵਿੱਚ ਇੱਕ ਸਰਦਾਰ ਹੀਰਾ ਸਿੰਘ ਜੀ ਜਿਹੜੇ ਮਹਾਂਪੁਰਖਾਂ ਦੇ ਸੇਵਕ ਸੀਗੇ, ਇਹ ਜ਼ਿਮੀਂਦਾਰ ਘਰਾਣੇ ਦੇ ਹੁੰਦੇ ਸੀ, ਇਹ ਮਹਾਂਪੁਰਖਾਂ ਦੇ ਦਰਸ਼ਨ ਕਰਦੇ ਹੁੰਦੇ ਸੀ। ਤੇ ਇਸੇ ਇਲਾਕੇ ਦੇ ਵਿੱਚ ਸੰਤਾਂ ਦਾ ਇੱਕ ਵੱਡਾ ਭਰਾ ਜਿਹਦਾ ਨਾਂ ਸੰਤਾ ਸਿੰਘ ਹੁੰਦਾ ਸੀ, ਬਾਬਾ ਨੰਦ ਸਿੰਘ ਦਾ ਵੱਡਾ ਭਰਾ, ਉਹ ਰਹਿੰਦਾ ਹੁੰਦਾ ਸੀ। ਇਹਦੀ ਆਰਥਿਕ ਦਸ਼ਾ ਜਿਹੜੀ ਸੀ ਬੜੀ ਗਰੀਬ ਸੀਗੀ, ਬਹੁਤ ਘਰ 'ਚ ਤੰਗੀ ਸੀਗੀ, ਤੇ ਖਾਸ ਕਰਕੇ ਇਹਨਾਂ ਦੇ ਪਿੰਡ ਦਾ ਕੋਈ ਵੀ ਜਦ ਮਹਾਂਪੁਰਖਾਂ ਦੀ ਜਿਹੜੀ ਉਸਤਤੀ ਵਡਿਆਈ ਹੈਗੀ ਆ ਸੰਤਾ ਸਿੰਘ ਨਾਲ ਕਰਦਾ ਹੁੰਦਾ ਸੀ, ਤਾਂ ਉਸ ਟਾਈਮ ਜਿਹੜਾ ਸੰਤਾ ਸਿੰਘ ਹੁੰਦਾ ਸੀ ਇਹਨਾਂ ਦੀ ਵਡਿਆਈ ਸੁਣ ਕੇ ਬੜਾ ਚਿੜ ਜਾਂਦਾ ਹੁੰਦਾ ਸੀ, ਤੇ ਨਾਲ ਇਹ ਵੀ ਜਿਹੜਾ ਸੀ ਉਹ ਲੋਕਾਂ ਨੂੰ ਕਹਿ ਦਿੰਦਾ ਹੁੰਦਾ ਸੀ ਕਿ ਲੋਕਾਂ ਵਾਸਤੇ ਜਿਹੜਾ ਆਨੰਦ ਸਿੰਘ ਰੱਬ ਬਣਿਆ ਹੋਇਆ ਹੈਗਾ, ਪਰ ਅਸਲ ਦੇ ਵਿੱਚ ਇਹਦਾ ਆਪਣਾ ਘਰ ਵੀ ਨਹੀਂ ਆ, ਤੇ ਇਹ ਕਿਸੇ ਟਾਈਮ ਜਿਹੜਾ ਸਾਡੇ ਨਾਲ ਕੰਮ ਕਰਦਾ ਹੁੰਦਾ ਸੀਗਾ, ਤੇ ਅੱਜ ਇਹ ਸੰਤ ਬਣਿਆ ਹੈਗਾ। ਇਹ ਸੰਤ ਕਾਹਦਾ ਹੈ? ਜਦ ਇਸ ਤਰ੍ਹਾਂ ਦੇ ਬਚਨ ਬਾਬਾ ਨੰਦ ਸਿੰਘ ਦੇ ਵੱਡੇ ਭਰਾ ਜਿਹੜੇ ਸੀ ਆਮ ਲੋਕਾਂ ਨਾਲ ਕਰਦੇ ਹੁੰਦੇ ਸੀ, ਤੇ ਲੋਕੀ ਇਹੋ ਜਿਹੇ ਜਿਹੜੇ ਜਾਣੀ ਬੜੇ ਕੋਝੇ ਬਚਨ ਹੁੰਦੇ ਸੀ ਨਾ, ਇਹਨਾਂ ਨੂੰ ਸੁਣ ਕੇ ਚੁੱਪ ਕਰ ਜਾਂਦੇ ਸੀਗੇ। ਪਰ ਕਿਉਂਕਿ ਜ਼ਿਮੀਂਦਾਰ ਸਰਦਾਰ ਹੀਰਾ ਸਿੰਘ ਮਹਾਂਪੁਰਖਾਂ ਦੇ ਬੜੇ ਸੇਵਕ ਸੀਗੇ, ਉਹਨਾਂ ਦੇ ਮਨ ਦੇ ਵਿੱਚ ਇਹ ਫੁਰਨਾ ਬਣਿਆ ਵੀ ਕਿਵੇਂ ਵੀ ਹੋ ਸਕੇ ਹੈ ਨਾ, ਤੇ ਸੰਤਾ ਸਿੰਘ ਦੀ ਜਿਹੜੀ ਗਰੀਬੀ ਦੀ ਰੇਖਾ ਹੈਗੀ ਆ ਮਹਾਂਪੁਰਖਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਜਿਹੜੀ ਸੀ ਉਹ ਆਪਾਂ ਕਟਾ ਦਈਏ, ਤੇ ਇਹ ਤਾਂ ਜੋ ਇਹ ਸੁਖੀ ਜੀਵਨ ਜੀ ਸਕੇ। ਇਸ ਕਰਕੇ ਸਰਦਾਰ ਹੀਰਾ ਸਿੰਘ ਨੇ ਹੈ ਨਾ ਸੰਤਾ ਸਿੰਘ ਨੂੰ ਇਸ ਗੱਲ 'ਤੇ ਮਨਾਉਣ 'ਤੇ ਜ਼ੋਰ ਦਿੱਤਾ ਕਿ ਬਾਬਾ ਨੰਦ ਸਿੰਘ ਹੁਣੀ ਇੱਥੇ ਜਗਰਾਮੀ ਆਇਓ ਆ, ਤੇ ਆਪਾਂ ਉਹਨਾਂ ਕੋਲ ਚੱਲਦੇ ਹਾਂ, ਚੱਲ ਕੇ ਹੈ ਨਾ ਉਹਨਾਂ ਦੇ ਦਰਸ਼ਨ ਕਰਦੇ ਹਾਂ, ਦਰਸ਼ਨ ਕਰਕੇ ਆਪਣੇ ਜਿਹੜਾ ਜੀਵਨ ਹੈਗਾ ਇਸ ਜੀਵਨ ਨੂੰ ਸਫਲ ਬਣਾਉਂਦੇ ਹਾਂ। ਜੇ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਸੀ ਸਰਦਾਰ ਹੀਰਾ ਸਿੰਘ ਨੇ ਸੰਤਾ ਸਿੰਘ ਨਾਲ ਕੀਤੀ, ਤੇ ਸੰਤਾ ਸਿੰਘ ਆਪਣੇ ਸੁਭਾਅ ਦੇ ਅਨੁਸਾਰ ਕਹਿਣ ਲੱਗਾ, ਉਹ ਕਹਿੰਦਾ ਜੀ ਐਵੇਂ ਜਿਹੜੇ ਹੈ ਨਾ ਮੂਰਖ ਲੋਕੀ ਸੰਤਾਂ ਦੇ ਪਿੱਛੇ ਤੁਰੇ ਫਿਰਦੇ ਆ। ਦੂਸਰੀ ਗੱਲ ਉਹਨੇ ਕੀ ਕਹੀ, ਉਹ ਕਹਿਣ ਲੱਗਾ ਕਿ ਇਹ ਜਿਹੜਾ ਨੰਦ ਸਿੰਘ ਆ ਪਹਿਲਾਂ ਤਾਂ ਕਹਿੰਦੇ ਸਾਡੇ ਨਾਲ ਕੰਮ ਕਰਦਾ ਹੁੰਦਾ ਸੀ, ਪਰ ਹੁਣ ਸੰਤ ਬਣ ਕੇ ਆਪਣੀ ਪੂਜਾ ਕਰਾਈ ਫਿਰਦਾ ਹੈਗਾ। ਤੇ ਅਗਲੀ ਗੱਲ ਇਹ ਹੈਗੀ ਆ ਕਿ ਮੈਂ ਅਗਰ ਉਹਦੇ ਪਾਸ ਚਲਾ ਵੀ ਜਾਵਾਂ, ਪਹਿਲੀ ਤਾਂ ਗੱਲ ਇਹ ਹੈਗੀ ਆ ਕਿ ਉਹ ਮੇਰੀ ਗੱਲ ਹੀ ਨਹੀਂ ਸੁਣਦਾ, ਤੇ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜਾ ਮੇਰੀ ਗੱਲ ਨਹੀਂ ਸੁਣਦਾ ਹੈਗਾ ਤਾਂ ਮੇਰਾ ਦੁੱਖ ਕਿਵੇਂ ਦੂਰ ਕਰ ਦੂ। ਜਦ ਸੰਤਾ ਸਿੰਘ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਪਰ ਸਰਦਾਰ ਹੀਰਾ ਸਿੰਘ ਹੁਣਾਂ ਨੇ ਸੰਤਾ ਸਿੰਘ ਨੂੰ ਸਮਝਾਇਆ ਕਿ ਫਿਰ ਵੀ ਤੁਹਾਡੇ ਛੋਟੇ ਭਰਾ ਹੈਗੇ ਆ, ਉਹਨਾਂ ਦੀ ਜਿਹੜੀ ਹਜ਼ਾਰਾਂ ਲੱਖਾਂ ਜਿਹੜੀਆਂ ਸੰਗਤਾਂ ਹੈਗੀਆਂ ਬਾਬਾ ਨੰਦ ਸਿੰਘ ਹੁਣਾਂ ਦੇ, ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਦੀ ਸਤਿਕਾਰ ਇੱਜ਼ਤ ਕਰਦੀਆਂ, ਤੇ ਆਪਣੇ ਮਨ ਦੀਆਂ ਜਿੰਨੀਆਂ ਵੀ ਮਨੋਕਾਮਨਾ ਹੁੰਦੀਆਂ ਪੂਰੀਆਂ ਕਰਦੀਆਂ ਹੈ। ਅਗਰ ਤੂੰ ਸਾਡੇ ਨਾਲ ਚਲੇ ਜਾਵੇਂ ਤਾਂ ਤੇਰਾ ਹਰਜ ਕੀ ਆ। ਤੇ ਉਹਨਾਂ ਦੇ ਦਰ ਦੇ ਵਿੱਚ, ਉਹਨਾਂ ਦੇ ਘਰ ਦੇ ਵਿੱਚ ਜਿਹੜੀ ਐਸੀ ਕਰਾਮਾਤ, ਐਸੀ ਸ਼ਕਤੀ ਆ ਕਿ ਉਹਦੇ ਦਰਸ਼ਨ ਕਰਦਿਆਂ ਹੀ ਮਹਾਂਪੁਰਖਾਂ ਦੇ ਗਰੀਬੀ ਕੀ ਆ ਕਿ ਆਮ ਇਨਸਾਨ ਨੂੰ ਜਿਹੜੀਆਂ ਹੈ ਉਹ ਮੁਕਤੀਆਂ ਮਿਲ ਜਾਂਦੀਆਂ ਹੈ, ਪਰਲੋਕ ਮਿਲ ਜਾਂਦੇ ਆ। ਭਾਵ ਕੀ ਆ, ਜਦ ਇਸ ਤਰ੍ਹਾਂ ਜਿਹੜੀ ਗੱਲਬਾਤ ਸੀ ਸਰਦਾਰ ਹੀਰਾ ਸਿੰਘ ਨੇ ਕੀਤੀ, ਤੇ ਫਿਰ ਸੰਤਾ ਸਿੰਘ ਕਹਿਣ ਲੱਗਾ ਜੇ ਨੰਦ ਸਿੰਘ ਹੁਣਾਂ 'ਚ ਸ਼ਕਤੀ ਹੁੰਦੀ ਤੇ ਫਿਰ ਅਸੀਂ ਭੁੱਖੇ ਕਾਹਤੇ ਮਰਦੇ। ਪਰ ਗੱਲ ਕੀ ਆ, ਸਰਦਾਰ ਹੀਰਾ ਸਿੰਘ ਹੁਣਾਂ ਨੇ ਸੰਤਾ ਸਿੰਘ ਨੂੰ ਕਿਸੇ ਵੀ ਤਰ੍ਹਾਂ ਨਾਲ ਸਮਝਾ ਬੁਝਾ ਕੇ ਜਿਹੜਾ ਸੀ ਉਹ ਆਪਣੇ ਨਾਲ ਲੈ ਗਏ। ਜਦ ਨਾਲ ਗਏ ਤਾਂ ਜਿੱਥੇ ਮਹਾਂਪੁਰਖ ਰਹਿੰਦੇ ਹੁੰਦੇ ਸੀ ਉੱਥੇ ਪਹੁੰਚੇ। ਜਦ ਉੱਥੇ ਪਹੁੰਚੇ, ਉੱਥੇ ਜਦ ਕੀ ਦੇਖਿਆ ਤਾਂ ਉੱਥੇ ਇੱਕ ਸੇਵਾਦਾਰ ਖੜਾ ਸੀਗਾ,
ਤੇ ਫਿਰ ਸਰਦਾਰ ਹੀਰਾ ਸਿੰਘ ਨੇ ਸੇਵਾਦਾਰ ਨੂੰ ਬੇਨਤੀ ਕੀਤੀ ਆ ਕਿ ਅਸੀਂ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਆ। ਉਹ ਸੇਵਾਦਾਰ ਜਦ ਅੰਦਰ ਗਿਆ ਤੇ ਫਿਰ ਮਹਾਂਪੁਰਖਾਂ ਨੇ ਕਹਿ ਤਾ ਵੀ ਠੀਕ ਆ, ਤੁਸੀਂ ਰਾਤ ਨੂੰ 9 ਵਜੇ ਸਾਡੇ ਕੋਲ ਪਹੁੰਚ ਜਾਓ। ਜਦ 9 ਵਜੇ ਸਰਦਾਰ ਹੀਰਾ ਸਿੰਘ ਜਿਹੜੇ ਸੀਗੇ ਉਹ ਸਰਦਾਰ ਸੰਤਾ ਸਿੰਘ ਨੂੰ ਲੈ ਕੇ ਪਹੁੰਚੇ ਤਾਂ ਉਹਨਾਂ ਨੇ ਕੀ ਦੇਖਿਆ, ਉੱਥੇ ਕੁਛ ਪ੍ਰੇਮੀ ਜਿਹੜੇ ਸੀਗੇ ਉੱਥੇ ਨਾਲ ਖੜੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ, ਤੇ ਉਹ ਮਹਾਂਪੁਰਖਾਂ ਨੂੰ ਪੱਖਾ ਜਿਹੜੇ ਸੀ ਕਰ ਰਹੇ ਸੀਗੇ। ਤੇ ਇੱਥੇ ਜਾ ਕੇ ਸਰਦਾਰ ਹੀਰਾ ਸਿੰਘ ਨੇ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਸੰਤਾ ਸਿੰਘ ਵੈਸੇ ਜਿਹੜਾ ਸੀਗਾ ਉਹ ਥੋੜ੍ਹੀ ਜਿਹੀ ਫਤਿਹ ਜਿਹੀ ਬੁਲਾ ਕੇ ਹੱਥ ਜੋੜ ਕੇ ਇੱਕ ਪਾਸੇ ਖੜ ਗਿਆ। ਜਦ ਖੜ ਗਿਆ ਤਾਂ ਫਿਰ ਮਹਾਂਪੁਰਖਾਂ ਨੇ ਪੁੱਛਿਆ ਕਿ ਦੱਸੋ ਕਿਵੇਂ ਆਏ ਆ। ਤੇ ਸਰਦਾਰ ਹੀਰਾ ਸਿੰਘ ਨੇ ਜਿਹੜੀ ਉਸ ਟਾਈਮ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਖੋ ਕਿਰਪਾ ਕਰੋ ਕਿ ਇਹ ਸੰਤਾ ਸਿੰਘ ਜਿਹੜਾ ਇਹਦੀ ਗਰੀਬੀ ਦੂਰ ਹੋ ਜਾਵੇ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿੰਦੇ ਗੱਲ ਕੀ ਹੋਈ ਹੈ, ਦੱਸੋ, ਖੋਲ੍ਹ ਕੇ ਗੱਲ ਕਰੋ। ਤਾਂ ਫਿਰ ਸੰਤਾ ਸਿੰਘ ਨੇ ਕਿਹਾ ਸੀਗਾ ਜੀ ਦੇਖੋ, ਇਹ ਤੁਹਾਡਾ ਵੱਡਾ ਭਾਈ ਆ, ਪਰ ਇਹਨੂੰ ਰੋਟੀ ਵੀ ਜਿਹੜੀ ਇੱਕ ਡੰਗ ਦੀ ਮਿਲਦੀ ਆ, ਇੱਕ ਡੰਗ ਦੀ ਰੋਟੀ ਖਾ ਕੇ ਇਹ ਗੁਜ਼ਾਰਾ ਕਰਦਾ ਤੇ ਇੱਕ ਡੰਗ ਦਾ ਪਾਣੀ ਪੀ ਕੇ ਇਹ ਗੁਜ਼ਾਰਾ ਕਰਦਾ ਹੈਗਾ, ਤੁਸੀਂ ਰਹਿਮਤ ਕਰੋ। ਜਦ ਇਸ ਤਰ੍ਹਾਂ ਦੇ ਬਚਨ ਕੀਤੇ ਤਾਂ ਫਿਰ ਬਾਬਾ ਨੰਦ ਸਿੰਘ ਨੇ ਕਿਹਾ, ਕਹਿੰਦੇ ਭਾਈ ਰੋਟੀ ਤਾਂ ਪਰਮੇਸ਼ਰ ਸਭ ਨੂੰ ਦਿੰਦਾ ਹੈ, ਤੁਸੀਂ ਇਹਨਾਂ ਨੂੰ ਰੋਟੀ ਕਿਉਂ ਨਹੀਂ ਦਿੰਦਾ ਹੈਗਾ। ਇਹਦਾ ਮਤਲਬ ਇਹ ਹੈ ਕਿ ਇਹਨਾਂ ਦੇ ਵਿੱਚ ਹੀ ਕੋਈ ਜਿਹੜਾ ਹੈਗਾ ਕਮੀ ਹੋਊਗੀ। ਜਦ ਇਸ ਤਰ੍ਹਾਂ ਦੀ ਵਿਚਾਰ ਹੋਈ ਆ ਤਾਂ ਫਿਰ ਸੰਤਾ ਸਿੰਘ ਕਹਿਣ ਲੱਗਾ ਕਿ ਸਾਡੇ ਵਿੱਚ ਕਾਹਦੀ ਕਮੀ ਆ, ਸਾਡੇ ਵਿੱਚ ਕਾਹਦੀ ਕਸਰ ਆ। ਪਰ ਬਾਬਾ ਨੰਦ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਦੇਖ, ਕਹਿੰਦੇ ਕਮੀ ਕਾਹਦੀ ਹੋਣੀ, ਕਮੀ ਤਾਂ ਇਸ ਗੱਲ ਦੀ ਹੁੰਦੀ ਆ ਕਿ ਜਾਂ ਤਾਂ ਤੁਸੀਂ ਕੋਈ ਜਾਣੀ ਕਿ ਸ਼ਰਾਬ, ਮੀਟ ਜਾਂ ਤੰਬਾਕੂ ਕਿਸੇ ਚੀਜ਼ ਦਾ ਸੇਵਨ ਕਰਦੇ ਆ। ਅਗਰ ਤੁਸੀਂ ਸੇਵਨ ਕਰਦੇ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਛੱਡ ਦਿਓ। ਤੇ ਸੰਤਾ ਸਿੰਘ ਆਪਣੇ ਜਿਹੜੇ ਛੋਟੇ ਭਾਈ ਬਾਬਾ ਨੰਦ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਵੀ ਰੋਟੀ ਖਾਣ ਨੂੰ ਤਾਂ ਪੈਸਾ ਨਹੀਂ ਮਿਲਦਾ ਤੇ ਅਸੀਂ ਇਹ ਚੀਜ਼ਾਂ ਕਿੱਥੋਂ ਖਰੀਦ ਲਈਏ। ਤੇ ਜਦ ਇੰਨੀ ਗੱਲ ਹੋਈ ਤਾਂ ਫਿਰ ਕੁਦਰਤੀ ਸੰਤਾ ਸਿੰਘ ਦੇ ਮੂੰਹੋਂ ਨਿਕਲ ਆਇਆ ਕਿ ਇੱਕ ਨਸਵਾਰ ਦੀ ਜਿਹੜੀ ਉਹ ਡੱਬੀ ਜ਼ਰੂਰ ਮੈਂ ਕੋਲ ਰੱਖਦਾ, ਕਿਤੇ ਦੁੱਖ ਸੁੱਖ ਦੇ ਟਾਈਮ ਕਿਤੇ ਲੈ ਲੈਂਦਾ, ਬਸ ਇਹ ਜਿਹੜੀ ਨਸਵਾਰ ਹੈ ਇਹੋ ਹੀ ਮੈਂ ਵਰਤਦਾ ਹੈ। ਤੇ ਬਾਬਾ ਨੰਦ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਭਾਈ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਇਸ ਗੱਲ ਦੀ ਕਿ ਤੂੰ ਆਪਣੇ ਜਿਹੜੇ ਪਿਤਾ ਹੈਗੇ, ਪਿਤਾ ਦੇ ਨਾਂ ਨੂੰ ਤੂੰ ਆਪਣਾ ਕਲੰਕਿਤ ਕਰ ਰਿਹਾ ਹੈਗਾ। ਜਦ ਬਾਬਾ ਨੰਦ ਸਿੰਘ ਨੇ ਕੁਛ ਇਸ ਤਰ੍ਹਾਂ ਦੇ ਬਚਨ ਜਿਹੜੇ ਸੀ ਆਪਣੇ ਭਰਾਤਾ ਸੰਤਾ ਸਿੰਘ ਨਾਲ ਕੀਤੇ ਤੇ ਨਾਲ ਇਹ ਵੀ ਕਹਿਤਾ ਕਿ ਅਗਰ ਤਾਂ ਤੂੰ ਜ਼ਿੰਦਗੀ 'ਚ ਸੁੱਖ ਚਾਹੁੰਦਾ ਹੈਗਾ, ਗਰੀਬੀ ਦੂਰ ਕਰਨਾ ਚਾਹੁੰਦਾ, ਤੂੰ ਆ ਜਿਹੜੀ ਨਸਵਾਰ ਦੀ ਡੱਬੀ ਇਹਨੂੰ ਬਾਹਰ ਸਿੱਟ। ਜਦ ਇੰਨੀ ਗੱਲ ਹੋਈ ਹੈ ਤਾਂ ਸੰਤਾ ਸਿੰਘ ਦੇ ਮਨ ਦੇ ਵਿੱਚ ਕੀ ਆਈ, ਉਸ ਟਾਈਮ ਉਹਦੇ ਕੋਲ ਮਹਾਂਪੁਰਖਾਂ ਦਾ ਬਚਨ ਨਹੀਂ ਸੰਭਾਲਿਆ ਗਿਆ। ਨਾ ਤਾਂ ਫਿਰ ਸੰਤਾ ਸਿੰਘ ਨੇ ਨਸਵਾਰ ਦੀ ਡੱਬੀ ਬਾਹਰ ਸਿੱਟੀ ਤੇ ਨਾ ਮਹਾਂਪੁਰਖਾਂ ਦਾ ਬਚਨ ਮੰਨਿਆ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਸ ਟਾਈਮ ਸੰਤਾਂ ਨੇ ਸਰਦਾਰ ਹੀਰਾ ਸਿੰਘ ਜਿਹੜੇ ਸਿਫਾਰਿਸ਼ ਲੈ ਕੇ ਆਏ ਸੀ ਸੰਤਾ ਸਿੰਘ ਦੀ, ਬਾਬਾ ਨੰਦ ਸਿੰਘ ਹੁਣਾਂ ਨੇ ਹੀਰਾ ਸਿੰਘ ਵੱਲ ਬੜੀ ਟੇਢੀ ਨਜ਼ਰ ਦੇ ਨਾਲ ਤੱਕਿਆ ਪਰ ਹੀਰਾ ਸਿੰਘ ਨੂੰ ਪਤਾ ਨਹੀਂ ਕਿਹੜੇ ਰੂਪ 'ਚ ਦਿਖਾਈ ਦਿੱਤੀ ਕਿ ਹੀਰਾ ਸਿੰਘ ਜਿਹੜਾ ਸੀ ਉਹਨਾਂ ਟਾਈਮ ਫਿਰ ਜਿਹੜਾ ਸੀ ਕੋਠੇ ਦੇ ਉੱਤੇ ਜਿਹੜੀ ਸੀ ਗੱਲਬਾਤ ਚੱਲਦੀ ਸੀ ਤੇ ਪਿੱਛੇ ਜਿਹੜਾ ਸੀ ਕੋਠੇ ਤੋਂ ਪਿੱਛੇ ਡਿੱਗ ਪਿਆ। ਜਦ ਕੋਠੇ ਤੋਂ ਦੱਬ ਕੇ ਪਿੱਛੇ ਡਿੱਗਿਆ ਤੇ ਡਿੱਗਦੇ ਸਾਰੀ ਸਰਦਾਰ ਹੀਰਾ ਸਿੰਘ ਦੀ ਜਿਹੜੀ ਬਾਂਹ ਸੀ ਉਹ ਟੁੱਟ ਗਈ। ਜਦ ਟੁੱਟ ਗਈ ਤਾਂ ਫਿਰ ਇਸ ਗੱਲ ਦਾ ਜਿਹੜਾ ਸੀਗਾ ਇੱਥੇ ਸਾਰਾ ਰੌਲਾ ਪੈ ਗਿਆ। ਜਦ ਖਬਰ ਬਾਬਾ ਨੰਦ ਸਿੰਘ ਦਿੱਤੀ ਕਿ ਹੀਰਾ ਸਿੰਘ ਜਾਂ ਥੱਲੇ ਡਿੱਗਿਆ ਦੀ ਬਾਂਹ ਟੁੱਟ ਗਈ ਆ ਤਾਂ ਮਹਾਂਪੁਰਖ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਇੱਕ ਇੱਥੇ ਬੰਦਾ ਹੈਗਾ ਸਿਆਣਾ, ਉਸ ਨੂੰ ਬਾਂਹ ਦਿਖਾ ਕੇ ਤਾਂ ਬਾਂਹ ਦੁਬਾਰਾ ਚਾੜ ਦਿਓ। ਤੇ ਜਦ ਫਿਰ ਹੀਰਾ ਸਿੰਘ ਨੂੰ ਉੱਥੇ ਲੈ ਕੇ ਗਏ, ਉੱਥੇ ਜਿਹੜੀ ਦੁਬਾਰਾ ਬਾਂਹ ਜਿਹੜੀ ਸੀਗੀ ਉਸ ਸਿਆਣੇ ਨੇ ਚਾੜ ਕੇ ਤੇ ਇਹਦੀ ਬਾਂਹ ਹੀਰਾ ਸਿੰਘ ਦੀ ਬੰਨ੍ਹ ਦਿੱਤੀ। ਪਰ ਜਦ ਬਾਂਹ ਬੰਨੀ ਆ ਤਾਂ ਫਿਰ ਹੀਰਾ ਸਿੰਘ ਜਿਹੜੇ ਸੀ ਉਹ ਮਨ 'ਚ ਕਹਿਣ ਲੱਗੇ, ਕਹਿੰਦੇ ਆਏ ਤਾਂ ਬੜੇ ਪੁੰਨ ਦੇ ਕੰਮ ਵਾਸਤੇ ਸੀਗੇ, ਪਰ ਇੱਥੇ ਬਾਬਾ ਸਿੰਘ ਹੁਣਾਂ ਦੇ ਨਾਲ ਸੰਤਾ ਸਿੰਘ ਜਿਹੜਾ ਸੀ ਉਹ ਐਵੇਂ ਬਿਨਾਂ ਵਿਚਾਰ ਤੋਂ ਬਹਿਸ ਪਿਆ ਤੇ ਜਿਹਦੇ ਕਰਕੇ ਜਿਹੜੀ ਹੈ ਕਹਿੰਦੇ ਸਾਨੂੰ ਜਿਹੜੀ ਪ੍ਰਸੰਨਤਾ ਦਾ ਕੀ ਮਿਲਣੀ ਸੀ ਉਲਟਾ ਸਰਾਫ ਮਿਲ ਗਿਆ ਹੈਗਾ ਤੇ ਮੇਰੀ ਬਾਂਹ ਵੀ ਟੁੱਟ ਗਈ ਹੈਗੀ। ਜਦੋਂ ਸਰਦਾਰ ਹੀਰਾ ਸਿੰਘ ਨੇ ਉੱਥੇ ਇੱਕ ਪ੍ਰੇਮੀ ਸੀਗੇ ਉਹਨਾਂ ਦੇ ਨਾਲ ਜਦ ਇਸ ਤਰ੍ਹਾਂ ਦੀ ਜਿਹੜੀ ਸੀ ਉਸ ਟਾਈਮਾਂ ਦੇ ਵਿੱਚ ਗੱਲਬਾਤ ਕੀਤੀ ਆ ਤੇ ਫਿਰ ਉਸ ਪ੍ਰੇਮੀ ਜਿਹਦਾ ਨਾਂ ਰਤਨ ਸਿੰਘ ਸੀਗਾ ਉਹ ਹੀਰਾ ਸਿੰਘ ਨੂੰ ਕਹਿਣ ਲੱਗਾ, ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਕੁਝ ਸਮਾਂ ਵਿਚਾਰਦੇ ਹਾਂ, ਮਹਾਂਪੁਰਖਾਂ ਦੇ ਨਾਲ ਦੁਬਾਰਾ ਬਚਨ ਕਰਦੇ ਹਾਂ। ਸੋ ਇਹ ਜਿਹੜੇ ਰਤਨ ਸਿੰਘ ਸੀਗੇ ਇਹ ਰਥਵਾਨ ਸੀ ਜਿਹੜੇ ਤਾਂਗਾ ਚਲਾ ਕੇ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ। ਜਦ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਰਤਨ ਸਿੰਘ ਤੇ ਹੀਰਾ ਸਿੰਘ ਦੇ ਵਿੱਚ ਚੱਲੀ ਸੀਗੀ, ਫਿਰ ਰਤਨ ਸਿੰਘ ਨੇ ਦੱਸਿਆ ਸੀਗਾ ਵੀ ਅੱਜ ਮਹਾਂਪੁਰਖਾਂ ਨੇ ਜਿਹੜਾ ਹੈਗਾ ਉਹ ਕਿਤੇ ਜਾਣਾ ਹੈਗਾ ਦੂਸਰੀ ਜਗ੍ਹਾ 'ਤੇ ਕਿਉਂ ਨਾ ਆਪਾਂ ਰਸਤੇ ਦੇ ਵਿੱਚ ਹੀ ਮਹਾਂਪੁਰਖਾਂ ਦੇ ਨਾਲ ਬਚਨ ਕਰ ਲੈਂਦੇ ਹਾਂ। ਸੋ ਉਹਨਾਂ ਟਾਈਮਾਂ ਦੇ ਵਿੱਚ ਫਿਰ ਰਤਨ ਸਿੰਘ ਨੇ ਇੱਕ ਜੁਗਤ ਹੀਰਾ ਸਿੰਘ ਨੂੰ ਦੱਸੀ ਆ ਜਾਂ ਜੁਗਤ ਦੱਸੀ ਆ ਤੇ ਇਹ ਜਿਹੜੀ ਜੁਗਤ ਸੀਗੀ ਹੀਰਾ ਸਿੰਘ ਨੇ ਸੰਤਾ ਸਿੰਘ ਜਿਹੜੇ ਮਹਾਂਪੁਰਖਾਂ ਦੇ ਭਰਾ ਸੀ ਇਹਨਾਂ ਨਾਲ ਸਾਂਝੀ ਕੀਤੀ।
ਸੋ ਇਸ ਯੁੱਗ ਦੇ ਅਨੁਸਾਰ ਹੀ ਫਿਰ ਸੰਤਾ ਸਿੰਘ ਦੇ ਮਨ ਦੇ ਵਿੱਚ ਜਿਹੜੀ ਸੀ ਉਹ ਬੜੀ ਸ਼ਰਮਿੰਦਗੀ ਆਈ ਆ ਕਿ ਗੱਲ ਤਾਂ ਡੱਬੀ ਦੀ ਨਸਵਾਰ ਦੀ ਸੀਗੀ। ਅਗਰ ਮੈਂ ਨੰਸੂ ਹੋਣਾ ਦਾ ਬਚਨ ਮੰਨ ਕੇ ਨਸਵਾਰ ਦੀ ਡੱਬੀ ਉਸ ਟਾਈਮ ਬਾਹਰ ਛੱਡ ਦਿੰਦਾ ਤੇ ਪਤਾ ਨਹੀਂ ਮੈਨੂੰ ਕੀ ਮਿਲ ਜਾਣਾ ਸੀਗਾ। ਤੇ ਦੂਸਰਾ ਹੀਰਾ ਸਿੰਘ ਦੀ ਜਿਹੜੀ ਬਾਂਹ 'ਤੇ ਸੱਟ ਲੱਗੀ ਆ ਉਹਦੀ ਬਾਂਹ ਵੀ ਨਹੀਂ ਸੀ ਟੁੱਟਣੀ। ਇਹ ਸਾਰਾ ਕਸੂਰ ਜਿਹੜਾ ਹੈ ਨਾ ਮੇਰੇ ਕਰਕੇ ਹੋਇਆ ਹੈ। ਸੰਤਾ ਸਿੰਘ ਦੇ ਮਨ 'ਚ ਜਦ ਇਹ ਪਛਤਾਵਾ ਆਇਆ, ਪਰ ਕਿਉਂਕਿ ਹੀਰਾ ਸਿੰਘ ਤੇ ਸਰਦਾਰ ਰਤਨ ਸਿੰਘ ਦੀ ਸਕੀਮ ਦੇ ਨਾਲ ਜਿੱਥੇ ਮਹਾਂਪੁਰਖਾਂ ਨੇ ਅਗਲੇ ਦਿਨ ਜਾਣਾ ਸੀਗਾ ਤਾਂਗੇ ਦੇ ਵਿੱਚ, ਇੱਕ ਰਸਤੇ ਦੇ ਉੱਤੇ ਹਨ ਸੰਤਾ ਸਿੰਘ ਜਿਹੜੇ ਸੀਗੇ ਉਹ ਚਾਦਰ ਲੈ ਕੇ ਲੰਮੇ ਪੈ ਗਏ। ਤੇ ਇਧਰੋਂ ਬਾਬਾ ਨਾਨਸੂ ਹੋਣੀ ਜਿਹੜੇ ਸੀਗੇ ਉਹ ਰਤਨ ਸਿੰਘ ਦੇ ਤਾਂਗੇ ਦੇ ਨਾਲ ਜਦੋਂ ਉਸ ਰਸਤੇ ਥਾਣੀ ਲੰਘੇ ਤੇ ਰਤਨ ਸਿੰਘ ਨੇ ਦੇਖ ਕੇ ਤਾਂਗਾ ਰੋਕਿਆ। ਜਦ ਰੋਕਿਆ ਤਾਂ ਬਾਬਾ ਨਾਨਸੂ ਹੋਣੀ ਨੇ ਕਿਹਾ, ਕਹਿੰਦੇ ਰਤਨ ਸਿੰਘ ਤਾਂਗਾ ਰੋਕ ਦਿੱਤਾ। ਤੇ ਰਤਨ ਸਿੰਘ ਕਹਿਣ ਲੱਗੇ, ਜੀ ਲੱਗਦਾ ਕੋਈ ਜਿਹੜਾ ਹੈ ਨਾ ਰਸਤੇ ਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਮੁਰਦਾ ਪਿਆ। ਤੇ ਮਹਾਂਪੁਰਖ ਰਤਨ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਚਲਾਕੀਆਂ ਨਾ ਮਾਰ, ਅਗਰ ਮੁਰਦਾ ਪਿਆ ਹੈਗਾ ਤੂੰ ਇਸ ਤਰ੍ਹਾਂ ਕਰ ਕਿ ਜਿਹੜਾ ਤਾਂਗਾ ਹੈ ਨਾ ਇੱਕ ਪਾਸਿਓਂ ਦੀ ਲੰਘਾ ਦੇ। ਜਦ ਇਹ ਗੱਲ ਹੋਈ ਆ ਤੇ ਫਿਰ ਰਤਨ ਸਿੰਘ ਕਹਿਣ ਲੱਗੇ, ਮਹਾਂਪੁਰਖ ਉਹ ਰਸਤਾ ਹੀ ਓਨਾ ਹੈਗਾ, ਤਾਂਗਾ ਦੂਸਰੇ ਪਾਸੇ ਲੰਘ ਨਹੀਂ ਸਕਦਾ ਕਿਉਂਕਿ ਰਸਤਾ ਬੜਾ ਤੰਗ ਹੈਗਾ। ਜਦ ਇਹ ਗੱਲ ਹੋਈ ਆ ਤਾਂ ਫਿਰ ਜਿਹੜਾ ਸੀਗਾ ਰਤਨ ਸਿੰਘ ਨੇ ਅੱਗੇ ਜਾ ਕੇ ਜਿਹੜਾ ਤਾਂਗਾ ਸੀਗਾ ਜਿੱਥੇ ਉਹ ਸੰਤਾ ਸਿੰਘ ਚਾਦਰ ਲੈ ਕੇ ਲੰਮੇ ਪਏ ਸੀ ਕੋਲ ਰੋਕਿਆ। ਤੇ ਸੰਗਤ ਫਿਰ ਉਸ ਟਾਈਮ ਸੰਤਾ ਸਿੰਘ ਉੱਠ ਕੇ ਨਾ ਬਾਬਾ ਨਾਨਸੂ ਹੋਣਾ ਦੇ ਕੋਲ ਆ ਗਿਆ। ਕੋਲ ਆ ਕੇ ਹੈ ਨਾ ਤੇ ਫਿਰ ਬਾਬਾ ਨਾਨਸੂ ਹੋਣਾ ਨੂੰ ਕਹਿਣ ਲੱਗਾ, ਕਹਿੰਦਾ ਜੀ ਮੇਰੀ ਭੁੱਲ ਮਾਫ਼ ਕਰੋ, ਮੈਨੂੰ ਬਖਸ਼ ਦਿਓ। ਜਦ ਇਹ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਭਾਈ ਉਸ ਟਾਈਮ ਤਾਂ ਤੇਰੇ ਕੋਲ ਜਿਹੜਾ ਸਮਾਂ ਸੀ ਸੰਭਾਲਿਆ ਨਹੀਂ ਗਿਆ ਤੇ ਤੂੰ ਹੁਣ ਉੱਠ ਕੇ ਆ ਗਿਆ ਭੁੱਲ ਬਖਸ਼ਾਉਣ ਵਾਸਤੇ। ਜਦ ਇਸ ਤਰ੍ਹਾਂ ਦੀ ਵਿਚਾਰ ਹੋਈ ਤਾਂ ਫਿਰ ਰਤਨ ਸਿੰਘ ਵਿੱਚ ਹੀ ਬੋਲ ਪਿਆ ਮਹਾਂਪੁਰਖਾਂ ਨੂੰ। ਉਹ ਕਹਿਣ ਲੱਗਾ, ਮਹਾਂਪੁਰਖੋ ਫਿਰ ਵੀ ਤੁਹਾਡੇ ਵੱਡੇ ਭਰਾ ਜੀ ਹੈਗੇ ਆ ਤੇ ਤੁਸੀਂ ਇਹਨਾਂ ਦਾ ਜੋ ਤਕਲੀਫ ਦਰਦ ਹੈ ਨਾ ਗਰੀਬੀ ਹੈ ਦੂਰ ਕਰ ਦਿਓ। ਸੋ ਫਿਰ ਮਹਾਂਪੁਰਖ ਰਤਨ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਦੇਖ, ਕਹਿੰਦੇ ਗੁਰੂ ਘਰ ਦੇ ਵਿੱਚ ਗਰੀਬੀ ਜਾਂ ਮੁਕਤੀ ਜਿਹੜੀ ਹੈ ਕੋਈ ਵੱਡੀ ਗੱਲ ਨਹੀਂ ਰੱਖਦੀ। ਗੱਲ ਜਿਹੜੀ ਵੱਡੀ ਇਹ ਰੱਖਦੀ ਹੈ ਕਿ ਜਿਹੜਾ ਇਨਸਾਨ ਵਾ ਨਾ ਉਹਦਾ ਜਿਹੜਾ ਜੀਵਨ ਹੈਗਾ ਉਹ ਸਭ ਤੋਂ ਵਧੀਆ ਕਿਸ ਤਰ੍ਹਾਂ ਬਣਾਉਣਾ ਹੈ। ਗੱਲ ਤਾਂ ਵਿਚਾਰ ਇਸ ਗੱਲ ਦੀ ਹੈਗੀ ਹੈ। ਜਦੋਂ ਬਾਬਾ ਨਾਨਸੂ ਹੋਣਾ ਨੇ ਜਿਹੜੀ ਸੀ ਇਹ ਗੱਲ ਕੀਤੀ ਤੇ ਫਿਰ ਸੰਤਾ ਸਿੰਘ ਨੂੰ ਆਖਿਆ, ਕਹਿੰਦੇ ਫਿਰ ਇਸ ਤਰ੍ਹਾਂ ਕਰ, ਅਗਰ ਤੂੰ ਆਪਣਾ ਜੀਵਨ ਸੁਖੀ ਬਣਾਉਣਾ ਤਾਂ ਫਿਰ ਇਸ ਤਰ੍ਹਾਂ ਕਰ, ਤੂੰ ਜਾ ਕੇ ਹੈ ਨਾ ਫਿਰ ਅੰਮ੍ਰਿਤ ਛਕ। ਜਦ ਇਹ ਗੱਲ ਹੋਈ ਤਾਂ ਫਿਰ ਸੰਤਾ ਸਿੰਘ ਕਹਿਣ ਲੱਗੇ, ਮੈਨੂੰ ਦੱਸੋ ਮੈਂ ਕਿੱਥੋਂ ਛਕਾਂ। ਫਿਰ ਮਹਾਂਪੁਰਖਾਂ ਨੇ ਇਸ਼ਾਰਾ ਕੀਤਾ ਕਿ ਤੁਸੀਂ ਹੈ ਨਾ ਸੰਤ ਗੁਲਾਬ ਸਿੰਘ ਹੋਣਾ ਕੋਲ ਚਲੇ ਜਾਓ, ਉਹ ਤੁਹਾਨੂੰ ਅੰਮ੍ਰਿਤ ਜ਼ਰੂਰ ਛਕਾ ਦੇਣਗੇ। ਉਸ ਤੋਂ ਬਾਅਦ ਫਿਰ ਦੇਖੋ ਜਦ ਜਿਉਂ ਹੀ ਸੰਤਾ ਸਿੰਘ ਨੇ ਬਾਬਾ ਨਾਨਸੂ ਹੋਣਾ ਦੇ ਕਹੇ 'ਤੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕਣ ਤੋਂ ਬਾਅਦ ਫਿਰ ਜਿਹੜੇ ਸੀਗੇ ਉਹਨਾਂ ਦੇ ਜੀਵਨ ਦੇ ਵਿੱਚ ਐਸਾ ਪਲਟਾ ਆਇਆ ਕਿ ਉਹਨਾਂ ਦੀ ਜਿਹੜੀ ਗਰੀਬੀ ਸੀ ਉਹ ਦੂਰ ਹੋ ਗਈ ਸਦਾ ਵਾਸਤੇ। ਤੇ ਬਾਬਾ ਨਾਨਸੂ ਹੋਣੀ ਵੀ ਫਿਰ ਸੰਤਾ ਸਿੰਘ ਨੂੰ ਹੈ ਨਾ ਵੱਡਾ ਭਰਾ ਸਮਝ ਕੇ ਜਦ ਵੀ ਆਉਂਦੇ ਸੀ ਹੈ ਨਾ ਤੇ ਉਹਨਾਂ ਦਾ ਫਿਰ ਮਾਣ ਸਨਮਾਨ ਕਰਦੇ ਰਹੇ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮਹਾਂਪੁਰਖਾਂ ਦੀ ਨਜ਼ਰ ਦੇ ਵਿੱਚ ਜਿਹੜੀ ਹੈ ਨਾ ਕੋਈ ਵੀ ਆਪਣਾ ਪਰਾਇਆ ਨਹੀਂ ਹੁੰਦਾ। ਬਸ ਉਹਨਾਂ ਦੀ ਨਜ਼ਰ ਜਿਹੜੀ ਹੈ ਨਾ ਉਹ ਸਮਦ੍ਰਿਸ਼ਟੀ ਹੁੰਦੀ ਹੈ, ਸਮਦਰਸ਼ੀ ਹੁੰਦੀ ਹੈ। ਸੋ ਸਮਦਰਸ਼ੀ ਦ੍ਰਿਸ਼ਟੀ ਕਰਕੇ ਮਹਾਂਪੁਰਖ ਜਿਹੜੇ ਆ ਉਹਦੇ ਜੀਵਨ ਨੂੰ ਸਵਾਰ ਦਿੰਦੇ ਆ। ਇਸ ਤਰ੍ਹਾਂ ਨਾ ਇੱਕ ਸਰਦਾਰ ਤੋਤਾ ਸਿੰਘ ਜੀ ਹੋਏ ਆ, ਇਹ ਕੋਕਿਆਂ ਦੇ ਰਹਿਣ ਵਾਲੇ ਸੀ। ਸਰਦਾਰ ਤੋਤਾ ਸਿੰਘ ਜੀ ਇਹ ਕੋਕੇ ਜਗਰਾਓਂ ਤਹਿਸੀਲ 'ਚ ਪੈਂਦੇ ਸੀ। ਤੇ ਇੱਕ ਵਾਰ ਇਹ ਸੰਤ ਮਹਾ ਹਰਨਾਮ ਸੋਹਣਾ ਦੇ ਜਦ ਦਰਸ਼ਨ ਕਰਨ ਵਾਸਤੇ ਆਏ ਪੁੱਛੋ ਮੰਡੀ, ਤੇ ਸੰਤ ਬਾਬਾ ਹਰਨਾਮ ਸੋਹਣਾ ਨੇ ਹੈ ਨਾ ਤੋਤਾ ਸਿੰਘ ਨੂੰ ਉਸੇ ਟਾਈਮ ਪੁੱਛ ਲਿਆ, ਕਹਿੰਦੇ ਵੀ ਇਹ ਦੱਸੋ ਤੁਸੀਂ ਕਿੱਥੋਂ ਆਏ ਆ। ਤੇ ਤੋਤਾ ਸਿੰਘ ਕਹਿਣ ਲੱਗਾ, ਜੀ ਮੈਂ ਤਾਂ ਹੈ ਨਾ ਜਗਰਾਓਂ ਤਹਿਸੀਲ 'ਚੋਂ ਆਇਆ। ਜਦ ਇਹ ਗੱਲ ਹੋਈ ਤਾਂ ਫਿਰ ਬਾਬਾ ਮਹਾਰਾਮ ਸੋਹਣੀ ਕਹਿਣ ਲੱਗੇ, ਕਹਿੰਦੇ ਭਾਈ ਵੀ ਤੇਰੀ ਤਾਂ ਇੱਥੇ ਗੱਲ ਨਹੀਂ ਬਣਨੀ, ਉੱਥੇ ਜਗਰਾਵਾਂ ਦੇ ਵਿੱਚ ਉੱਥੇ ਮਹਾਂਪੁਰਖ ਰਹਿੰਦੇ ਆ ਬਾਬਾ ਨਾਨਸੂ ਹੋਣੀ, ਤੁਸੀਂ ਉਹਨਾਂ ਦੇ ਪਾਸ ਆਪਣੀ ਬੇਨਤੀ ਕਰੋ। ਫਿਰ ਤੋਤਾ ਸਿੰਘ ਕਹਿਣ ਲੱਗਾ, ਜੀ ਦਰਅਸਲ ਗੱਲ ਇਹ ਹੈਗੀ ਆ ਕਿ ਮੈਂ ਕਈ ਵਾਰ ਗਿਆ ਪਰ ਉਹ ਗੱਲ ਹੀ ਨਹੀਂ ਸੁਣਦੇ। ਗੱਲ ਤਾਂ ਕਹਿੰਦੇ ਸੁਣਨ ਦੀ ਦੂਰ ਗੱਲ ਆ, ਉਹ ਤਾਂ ਆਪਣੇ ਲਾਗੇ ਕਿਸੇ ਨੂੰ ਢੁਕਣ ਵੀ ਦਿੰਦੇ, ਨਾ ਤਾਂ ਉਹ ਮੱਥਾ ਟੇਕਣ ਨਹੀਂ ਦਿੰਦੇ, ਅਤੇ ਮੈਨੂੰ ਸਮਾਂ ਗੱਲਬਾਤ ਲੈ ਕਿਵੇਂ ਮਿਲੇਗਾ। ਪਰ ਬਾਬਾ ਹਰਨਾਮ ਸਿੰਘ ਹੋਣੀ ਕਹਿਣ ਲੱਗੇ, ਕਹਿੰਦੇ ਬਾਈ ਤੂੰ ਫਿਕਰ ਨਾ ਕਰ, ਤੈਨੂੰ ਸਮਾਂ ਜ਼ਰੂਰ ਮਿਲ ਜਾਏਗਾ, ਬਾਕੀ ਤੇਰੀ ਕਿਸਮਤ ਆ ਕਿ ਤੂੰ ਸਮੇਂ ਨੂੰ ਸੰਭਾਲ ਲੈਂਦਾ ਜਾਂ ਨਹੀਂ ਲੈਂਦਾ, ਇਹ ਤੇਰੇ 'ਤੇ ਨਿਰਭਰ ਕਰਦਾ। ਇਹ ਜਿਹੜਾ ਇਸ਼ਾਰਾ ਸੀ ਨਾ ਬਾਬਾ ਮਹਾਰਾਮ ਸਿੰਘ ਹੋਣਾ ਨੇ ਉਹਨਾਂ ਟਾਈਮਾਂ 'ਚ ਸਰਦਾਰ ਤੋਤਾ ਸਿੰਘ ਹੋਣਾ ਦਿੱਤਾ ਸੀਗਾ। ਸੋ ਫਿਰ ਸਰਦਾਰ ਤੋਤਾ ਸਿੰਘ ਜਿਹੜੇ ਸੀਗੇ ਇਹ ਬਾਬਾ ਮਹਾਰਾਮ ਸਿੰਘ ਦਾ ਬਚਨ ਸਮਝ ਕੇ ਜਗਰਾਓਂ ਆਏ ਆ। ਇੱਥੇ ਆ ਕੇ ਨਾ ਜਦ ਬਾਬਾ ਨਾਨਕ ਸਿੰਘ ਦੇ ਦਰਸ਼ਨਾਂ ਵਾਸਤੇ ਪਹੁੰਚੇ ਆ, ਇੱਥੇ ਆ ਕੇ ਇਹਨਾਂ ਨੇ ਮਹਾਂਪੁਰਖਾਂ ਨੂੰ ਜਦ ਮੱਥਾ ਟੇਕਿਆ, ਮੱਥਾ ਟੇਕ ਕੇ ਜਿਹੜੀ ਕੁਛ ਭੇਟ ਲਿਆਂਦੀ ਸੀ ਰੱਖੀ, ਅਤੇ ਬਾਬਾ ਨਾਨਕ ਸਿੰਘ ਹੋਣਾ ਨੇ ਉਸੇ ਟਾਈਮ ਤੋਤਾ ਸਿੰਘ ਦੇਖ ਕੇ ਕਹਿਣ ਲੱਗੇ, ਕਹਿੰਦੇ ਵੀ ਆ ਜਿਹੜਾ ਤੇਰਾ ਕਾਗਜ਼ ਹੈਗਾ ਇਸ ਕਾਗਜ਼ 'ਚ ਕੀ ਲਪੇਟ ਕੇ ਲਿਆਇਆ। ਅਤੇ ਤੋਤਾ ਸਿੰਘ ਕਹਿਣ ਲੱਗਾ, ਜੀ ਇਹ ਲੱਠੇ ਦਾ ਥਾਨ ਹੈਗਾ, ਇਹ ਮੈਂ ਆਪ ਵਾਸਤੇ ਲਿਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨਾਨਕ ਸਿੰਘ ਹੋਣੀ ਕਹਿਣ ਲੱਗੇ, ਕਹਿੰਦੇ ਅੱਛਾ, ਕਹਿੰਦੇ ਤੂੰ ਇਸ ਤਰ੍ਹਾਂ ਕਰ ਇਹਨੂੰ ਹੈ ਨਾ ਅੱਗ ਲਾ ਕੇ ਸਾੜ ਦੇ। ਜਦ ਇਹ ਗੱਲ ਹੋਈ ਤੋਤਾ ਸਿੰਘ ਬੜਾ ਹੈਰਾਨ ਹੋਇਆ,
ਹੈਰਾਨ ਹੋ ਗਏ, ਕਦੀ ਮਹਾਂਪੁਰਖਾਂ ਵੱਲ ਦੇਖੇ ਅਤੇ ਕਦੀ ਲੱਠੇ ਦੇ ਕੱਪੜੇ ਵੱਲ ਦੇਖੇ। ਅਤੇ ਮਹਾਂਪੁਰਖਾਂ ਨੂੰ ਫਿਰ ਸੋਚ ਕੇ ਕਹਿਣ ਲੱਗਾ ਵੀ ਮਹਾਂਪੁਰਖੋ ਮੈਂ ਸਾਉਣ ਵਾਸਤੇ ਨਹੀਂ ਲੈ ਆਇਆ, ਇਹ ਮੈਂ ਆਪ ਜੀ ਦੇ ਵਸਤਰ ਪਹਿਨਣ ਵਾਸਤੇ ਲੈ ਕੇ ਆਇਆ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਸਾਡੇ ਕੋਲ ਵਸਤਰਾਂ ਦੀ ਕਮੀ ਨਹੀਂ, ਸਾਡੇ ਕੋਲ ਵਸਤਰ ਬਹੁਤ ਆ, ਬਚਨ ਮੰਨ ਤੂੰ ਇਹਨੂੰ ਸਾੜ ਦੇ। ਇੰਨੀ ਗੱਲ ਹੋਈ, ਤੋਤਾ ਸਿੰਘ ਦੂਸਰੀ ਵਾਰੀ ਵੀ ਨਹੀਂ ਸਮਝਿਆ ਮਹਾਂਪੁਰਖਾਂ ਦੀ ਇਹ ਰਮਜ, ਪਰ ਫਿਰ ਵੀ ਸੋਚ ਕੇ ਕਹਿਣ ਲੱਗਾ ਮਹਾਂਪੁਰਖੋ ਅਗਰ ਆਪ ਦੇ ਪਾਸ ਵਸਤਰ ਬਹੁਤ ਵਾ ਅਤੇ ਤੁਸੀਂ ਇਹ ਥਾਨ ਨਾ ਸਾੜੋ, ਕਿਸੇ ਹੋਰ ਨੂੰ ਦੇ ਦਿਓ ਕਿ ਤਾਂ ਜੋ ਉਹਦੇ ਕੰਮ ਆ ਜਾਣ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਬਾਬਾ ਜੀ ਚੁੱਪ ਕਰ ਗਏ। ਚੁੱਪ ਕੱਟ ਕੇ ਕਹਿਣ ਲੱਗੇ, ਕਹਿੰਦੇ ਚੰਗਾ ਭਾਈ ਜਿਵੇਂ ਤੇਰੀ ਮਰਜ਼ੀ ਹੈ। ਇਹ ਕਹਿ ਕੇ ਫਿਰ ਮਹਾਂਪੁਰਖ ਜਿਹੜੇ ਸੀ ਚੁੱਪ ਕਰ ਗਏ। ਪਰ ਉਸ ਟਾਈਮ ਫਿਰ ਤੋਤਾ ਸਿੰਘ ਸੋਚਣ ਲੱਗਾ ਵੀ ਗੱਲ ਤਾਂ ਵਿੱਚੋਂ ਕੁਛ ਹੋਈ ਨਹੀਂ, ਪਰ ਫਿਰ ਉਸ ਟਾਈਮ ਮਹਾਂ ਹਰਨਾਮ ਸਿੰਘ ਦੇ ਬਚਨ ਸਮਝ ਆ ਗਏ ਕਿ ਉਹਨੇ ਕਿਹਾ ਸੀਗਾ ਕਿ ਸਮਾਂ ਤੈਨੂੰ ਜ਼ਰੂਰ ਮਿਲੂਗਾ, ਪਰ ਅਗਰ ਤੂੰ ਉਸ ਟਾਈਮ ਬਚਨਾਂ ਨੂੰ ਸੰਭਾਲ ਸਕਿਆ ਤਾਂ ਸਾਂਭ ਲਈ। ਪਰ ਉਹ ਜਿਹੜਾ ਸਮਾਂ ਸੀਗਾ ਮਹਾਂਪੁਰਖਾਂ ਦਾ ਬਚਨ ਸੀਗਾ ਕਿ ਇਹ ਥਾਨ ਨੂੰ ਸਾੜ ਦੇ। ਇਹ ਜਿਹੜੀ ਸੀ ਗੱਲ ਸੀ ਇਹ ਤੋਤਾ ਸਿੰਘ ਦੇ ਜੇਨ ਦੇ ਵਿੱਚੋਂ ਬਾਹਰ ਨਿਕਲ ਗਈ। ਫਿਰ ਤੋਤਾ ਸਿੰਘ ਜਿਹੜਾ ਸੀ ਜਦ ਉਹਦੇ ਮਨ 'ਚ ਇਹ ਵਿਚਾਰ ਆਈ ਤਾਂ ਉਹਨੇ ਮਹਾਂਪੁਰਖ ਬਾਬਾ ਨੰਦ ਸਿੰਘ ਹੋਣਾ ਦੇ ਅੱਗੇ ਹੱਥ ਜੋੜ ਕੇ ਰੋਣ ਲੱਗ ਪਿਆ। ਕਹਿਣ ਲੱਗਿਆ ਮਹਾਂਪੁਰਖੋ ਮੇਰੇ ਤੋਂ ਗਲਤੀ ਹੋ ਗਈ। ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਕੋਈ ਗੱਲ ਨਹੀਂ, ਹੁਣ ਤਾਂ ਜਿਹੜੀ ਬੰਦੂਕ ਦੀ ਗੋਲੀ ਦੇ ਵਿੱਚੋਂ ਬੰਦੂਕ ਦੀ ਰਫਲ ਦੇ ਵਿੱਚੋਂ ਗੋਲੀ ਜਿਹੜੀ ਉਹ ਚੱਲ ਚੁੱਕੀ ਆ, ਪਰ ਹੁਣ ਜਿਹੜਾ ਸਮਾਂ ਸੀਗਾ ਉਹ ਨਿਕਲ ਚੁੱਕਾ ਹੈ। ਪਰ ਜਦ ਤੋਤਾ ਸਿੰਘ ਜਿਹੜਾ ਸੀਗਾ ਉਹ ਜ਼ਿਆਦਾ ਹੀ ਫਿਰ ਮਹਾਂਪੁਰਖਾਂ ਦੇ ਅੱਗੇ ਬਰਲਾਪ ਕਰਨ ਲੱਗ ਪਿਆ ਕਿ ਮਹਾਂਪੁਰਖੋ ਤੁਸੀਂ ਕਿਰਪਾ ਕਰੋ, ਮੈਨੂੰ ਬਖਸ਼ ਦਿਓ। ਜਦ ਇੰਨੀ ਗੱਲ ਹੋਈ ਹੈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਗੱਲ ਸੁਣ, ਕੋਈ ਵੀ ਜਿਹੜਾ ਸਮਾਂ ਹੁੰਦਾ ਹੈ ਉਸ ਨੂੰ ਸਮਝਦਾ ਹੈ, ਪਰ ਤੇਰੇ ਕਰਮਾਂ 'ਚ ਨਹੀਂ ਸੀਗਾ, ਹੁਣ ਅਸੀਂ ਤਾਂ ਕੁਛ ਨਹੀਂ ਕਰ ਸਕਦੇ। ਜਦ ਬਾਬਾ ਨੰਦ ਸਿੰਘ ਨੇ ਇਸ ਤਰ੍ਹਾਂ ਕਿਹਾ ਤਾਂ ਫਿਰ ਤੋਤਾ ਸਿੰਘ ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਹੁਣ ਕਹਿ ਦਿਓ, ਮੈਂ ਹੁਣ ਜਿਹੜਾ ਥਾਨ ਲੱਠੇ ਦਾ ਲਿਆਂਦਾ ਮੈਂ ਇਹਨੂੰ ਅੱਗ ਲਾ ਦਿੰਦਾ। ਮਹਾਂਪੁਰਖ ਕਹਿਣ ਲੱਗੇ, ਚਾਹੇ ਤੂੰ ਹੁਣ ਅੱਗ ਲਾ ਚਾਹੇ ਨਾ ਲੱਗ, ਹੁਣ ਕੋਈ ਸਾਨੂੰ ਫਰਕ ਨਹੀਂ ਪੈਂਦਾ ਹੈਗਾ, ਪਰ ਬਚਨ ਜਿਹੜਾ ਸੰਭਾਲਣਾ ਸੀ ਇਹ ਬੜਾ ਜ਼ਰੂਰੀ ਆ। ਪਰ ਤੋਤਾ ਸਿੰਘ ਜਦੋਂ ਜ਼ਿਆਦਾ ਰੋਣ ਲੱਗ ਪਿਆ ਅਤੇ ਫਿਰ ਬਾਬਾ ਨੰਦ ਸਿੰਘ ਜਿਹੜੇ ਸੀ ਉਹ ਰਹਿਮ ਦੇ ਘਰ 'ਚ ਆਏ। ਕਹਿਣ ਲੱਗੇ, ਚੱਲ ਠੀਕ ਆ, ਹੁਣ ਪ੍ਰੇਮੀਆਂ ਇੱਕ ਚੀਜ਼ ਹੋ ਸਕਦੀ ਆ ਕਿ ਤੂੰ ਜਾ ਕੇ ਸੰਗਤਾਂ ਦੀ ਸੇਵਾ ਕਰ, ਬਸ ਕਿਸੇ ਟਾਈਮ ਤੈਨੂੰ ਇਸ ਸੇਵਾ ਦਾ ਫਲ ਜਿਹੜਾ ਜ਼ਰੂਰ ਮਿਲੇਗਾ। ਸੋ ਇਸ ਤਰ੍ਹਾਂ ਜਿਹੜਾ ਸੀਗਾ ਤੋਤਾ ਸਿੰਘ ਮੱਥਾ ਟੇਕ ਕੇ ਚਲੇ ਗਿਆ। ਇੱਕ ਵਾਰ ਇੱਦਾਂ ਸੰਤਾਂ ਦੇ ਦੋ ਮਿੱਤਰ ਹੁੰਦੇ ਸੀ, ਵਾਲ ਸਖਾਈ ਬਚਪਨ ਦੇ। ਇੱਕ ਦਾ ਨਾਂ ਸੀਗਾ ਸਰਦਾਰ ਹਰਦਿੱਤ ਸਿੰਘ ਅਤੇ ਦੂਸਰੇ ਦਾ ਨਾਂ ਸੀ ਸੰਤਾ ਸਿੰਘ। ਇਹ ਜਿਹੜੇ ਸੀ ਮਹਾਂਪੁਰਖਾਂ ਦੀ ਸੰਗਤ ਕਰਦੇ ਹੁੰਦੇ ਸੀ। ਇੱਕ ਵਾਰ ਬਾਬਾ ਨੰਦ ਸਿੰਘ ਹੋਣਾ ਇਹਨਾਂ ਨੇ ਬਚਨ ਕਰਦਿਆਂ ਇਹ ਗੱਲ ਕਹੀ, ਕਹਿੰਦੇ ਵੀ ਜਿਹੜਾ ਗ੍ਰਹਿਸਥ ਮਾਰਗ ਵਾ ਇਹਦੇ ਵਿੱਚ ਕਿਸੇ ਪੂਰਨ ਮਹਾਂਪੁਰਖਾਂ ਦਾ ਮਿਲਾਪ ਹੋ ਜਾਵੇ ਤਾਂ ਇਉਂ ਕਹਿ ਲਓ ਵੀ ਜਿਵੇਂ ਆਪਣੇ ਭਾਗ ਜਾਗ ਪਏ। ਬਾਕੀ ਦੂਸਰੀ ਗੱਲ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਅਗਰ ਮਾਤਾ ਪਿਤਾ ਦੀ ਸੇਵਾ ਦੇ ਅੰਦਰ ਗ੍ਰਹਿਸਥ ਧਰਮ ਦੇ ਵਿੱਚ ਤੁਸੀਂ ਮਾਤਾ ਪਿਤਾ ਦੀ ਸੇਵਾ ਕਰ ਲਓ ਤਾਂ ਮਾਤਾ ਪਿਤਾ ਦੀ ਸੇਵਾ ਦੇ ਵਿੱਚ ਹੀ ਸਾਰੇ ਕਰਮ ਧਰਮ ਆ ਜਾਂਦੇ ਆ। ਜਦ ਇਹ ਗੱਲ ਜਿਹੜੀ ਸੀ ਬਾਬਾ ਨੰਦ ਸਿੰਘ ਹੋਣਾ ਨੇ ਹਰਦਿੱਤ ਸਿੰਘ ਅਤੇ ਸੰਤਾ ਸਿੰਘ ਹੋਣਾ ਦੇ ਨਾਲ ਜਿਹੜੀ ਸੀ ਉਹ ਗਿਆਨ ਗੋਸ਼ਟੀ 'ਚ ਸਾਂਝੀ ਕੀਤੀ। ਅਤੇ ਨਾਲ ਹੀ ਜਿਹੜਾ ਸੀਗਾ ਇੱਕ ਭਾਈ ਗੁਰਦਾਸ ਦੀ ਜਿਹੜੀ ਪੰਕਤੀ ਸੀਗੀ ਉਹ ਵੀ ਮਹਾਂਪੁਰਖਾਂ ਨੇ ਉਸ ਟਾਈਮ ਸਰਵਣ ਕਰਾਈ ਸੀ। ਉਹ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਦੇ ਬਚਨ ਹੈ, ਜੈਸੇ ਮਾਤ ਪਿਤਾ ਕੇਰੇ ਸੇਵਾ ਪ੍ਰਵਾਨ ਕੀਨੀ, ਸਿੱਖ ਬਿਰਲੋ ਗੁਰ ਸੇਵਾ ਠਹਿਰਾਬ ਸੀ। ਕਹਿੰਦੇ ਕੋਈ ਬਿਰਲਾ ਸਿੱਖ ਆ ਜਿਹੜਾ ਸਰਵਣ ਪੁੱਤਰ ਵਾਂਗੂ ਜਿਹੜੀ ਸੇਵਾ ਕਰ ਸਕਦਾ ਹੈਗਾ। ਸੋ ਇਸ ਤਰ੍ਹਾਂ ਦੀ ਜਦ ਗੱਲਬਾਤ ਚੱਲਦੀ ਸੀ ਤਾਂ ਫਿਰ ਉਸ ਟਾਈਮ ਹਰਦਿੱਤ ਸਿੰਘ ਕਹਿਣ ਲੱਗਾ, ਜੀ ਸਾਡੇ ਇੱਥੇ ਲਾਗੇ ਇੱਕ ਬੋਗਾ ਸਿੰਘ ਵਾ, ਉਹਦੇ ਪਿਤਾ ਦਾ ਜਿਹੜਾ ਚੂਲਾ ਟੁੱਟ ਗਿਆ ਅਤੇ ਉਹ ਤਕਰੀਬਨ 7-8 ਸਾਲ ਹੋ ਗਏ ਆ ਆਪਣੇ ਪਿਤਾ ਦੀ ਸੇਵਾ ਕਰਦਾ ਹੈਗਾ। ਜਦ ਇਹ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਅੱਛਾ ਅਗਰ ਉਹ ਇਸ ਤਰ੍ਹਾਂ ਦੀ ਜਿਹੜਾ ਹੈਗਾ ਬਿਨਾਂ ਕਿਸੇ ਭਾਵਨਾ ਤੋਂ ਜਾਂ ਬਿਨਾਂ ਕਿਸੇ ਇੱਛਾ ਤੋਂ ਆਪਣੇ ਪਿਤਾ ਦੀ ਸੇਵਾ ਕਰਦਾ ਹੈਗਾ, ਫਿਰ ਭਾਈ ਉਹਨੂੰ ਜ਼ਰੂਰ ਸੱਦੋ, ਅਸੀਂ ਤਾਂ ਉਹਨਾਂ ਦੇ ਦਰਸ਼ਨ ਕਰਨੇ ਇਹੋ ਜਿਹੇ। ਜਦ ਇਹ ਗੱਲ ਹੋਈ ਆ ਤਾਂ ਫਿਰ ਉਸ ਟਾਈਮ ਹਰਦਿੱਤ ਸਿੰਘ ਨੇ ਜਾ ਕੇ ਬੋਗਾ ਸਿੰਘ ਨਾਲ ਗੱਲ ਕੀਤੀ ਵੀ ਤੈਨੂੰ ਬਾਬਾ ਨੰਦ ਸਿੰਘ ਹੋਣਾ ਨੇ ਯਾਦ ਕੀਤਾ। ਬੋਗਾ ਸਿੰਘ ਮਨ 'ਚ ਬੜਾ ਪ੍ਰਸੰਨ ਹੋਇਆ, ਕਹਿੰਦਾ ਮੇਰੇ ਤਾਂ ਭਾਗ ਜਾਗ ਪਏ ਕਿ ਬਾਬਾ ਨੰਦ ਸਿੰਘ ਹੋਣਾ ਨੇ ਮੈਨੂੰ ਯਾਦ ਕੀਤਾ ਹੈਗਾ। ਸੋ ਇਹ ਤੱਕ ਕੇ ਫਿਰ ਬੋਗਾ ਸਿੰਘ ਜਿਹੜਾ ਸੀਗਾ ਉਹ ਅਗਲੇ ਹੀ ਦਿਨ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਜਦ ਆਇਆ ਜਿਉਂ ਹੀ ਉਹਨੇ ਸੰਤ ਬਾਬਾ ਨੰਦ ਸਿੰਘ ਹੋਣਾ ਦੇ ਸਾਹਮਣੇ ਹੋਇਆ ਅਤੇ ਆ ਕੇ ਮੱਥਾ ਟੇਕਿਆ, ਜਿਉਂ ਕਹਿ ਲਓ ਤਾਂ ਬੋਗਾ ਸਿੰਘ ਜਿਹੜਾ ਸੀ ਉੱਚੀ ਉੱਚੀ ਰੋਣ ਲੱਗ ਪਿਆ। ਜਦ ਰੋਣ ਲੱਗ ਪਿਆ ਬਾਬਾ ਨੰਦ ਸਿੰਘ ਕਹਿਣ ਲੱਗੇ, ਕਹਿੰਦੇ ਭਾਈ ਤੂੰ ਕਿਉਂ ਰੋਂਦਾ? ਉਹ ਕਹਿਣ ਲੱਗਾ, ਮਹਾਂਪੁਰਖੋਂ ਮੇਰੇ ਗੁਨਾਹ ਬਖਸ਼ ਦੇ। ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿੰਦੇ, ਭਾਈ ਤੇਰੇ ਗੁਨਾਹ ਕਾਹਦੇ? ਉਹ ਕਹਿੰਦਾ, ਮਹਾਂਪੁਰਖੋ ਮੈਂ ਜਿਉਂ ਤੁਹਾਡੇ ਦਰਸ਼ਨ ਕੀਤੇ ਮੇਰੇ ਜਿਹੜੇ ਸਾਰੇ ਗੁਨਾਹ ਸੀ ਮੇਰੇ ਸਾਹਮਣੇ ਆ ਗਏ ਅਤੇ ਮੈਨੂੰ ਇੰਨਾ ਪਤਾ ਹੈਗਾ ਕਿ ਮੇਰੇ ਗੁਨਾਹ ਇੰਨੇ ਹੈਗੇ ਆ ਕਿ ਮੈਨੂੰ ਨਰਕ ਵੀ ਨਹੀਂ ਚੱਲ ਸਕਦੇ। ਜਦ ਬੋਗਾ ਸਿੰਘ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਬਾਬਾ ਨੰਦ ਸਿੰਘ ਕਹਿਣ ਲੱਗੇ, ਕਹਿੰਦੇ ਭਾਈ ਅਸੀਂ ਤਾਂ ਤੇਰੇ ਦਰਸ਼ਨਾਂ ਨੂੰ ਜਿਹੜਾ ਸੀਗਾ ਤਰਸਦੇ ਸੀਗੇ ਕਿ ਤੂੰ ਆਪਣੇ ਜਿਹੜੇ ਹੈ ਪਿਤਾ ਦੀ ਸੇਵਾ ਕਰਦਾ ਹੈਗਾ, ਅਤੇ ਪਰ ਤੂੰ ਤਾਂ ਜਾਣੀ ਉਲਟੀ ਗੱਲ ਕਰ ਰਿਹਾ ਹੈ।
जद इन्नी गल हुई तो बोगा सिंह कहण लगा नहीं पर महापुरखो मैं सच्ची कह रहा हैगा कि तुसी मेरे सच्ची मुच्ची गनाह बख्श। जद रो रो के बोगा सिंह ने गल की तो महापुरख चुप कर गए। पर ਜਿਹੜੇ ਸੀ ਪ੍ਰੇਮੀਆਂ ਨੇ ਇਹ ਦੇਖਿਆ ਕਿ ਜਦ ਬੋਗਾ ਸਿੰਘ ਰੋਂਦਾ ਸੀ ਨਾ ਉਹਦੇ ਰੋਣ ਦੇ ਵਿੱਚੋਂ ਹੀ ਮਹਾਂਪੁਰਖਾਂ ਨੇ ਉਹਦੇ ਸਾਰੇ ਕੀਤੇ ਜਿਹੜੇ ਗੁਨਾਹ ਸੀਗੇ ਉਹ ਸੀ ਬਖਸ਼ ਦਿੱਤੇ। ਜਦ ਬਖਸ਼ੇ ਤਾਂ ਫਿਰ ਬਾਬਾ ਨੰਦ ਸਿੰਘ ਹੋਣਾ ਨੇ ਫਿਰ ਮੁੜ ਕੇ ਫਿਰ ਬੋਗਾ ਸਿੰਘ ਨੂੰ ਪੁੱਛਿਆ ਸੀਗਾ ਵੀ ਹੁਣ ਤੂੰ ਦੱਸ ਕੀ ਚਾਹੁੰਦਾ। ਜਦ ਉਹਦਾ ਮਨ ਪੂਰੀ ਤਰ੍ਹਾਂ ਹਲਕਾ ਹੋਇਆ ਬੋਗਾ ਸਿੰਘ ਦਾ ਤੇ ਉਹਨੇ ਫਿਰ ਬੇਨਤੀ ਇਹੋ ਹੀ ਕੀਤੀ ਕਿ ਮਹਾਂਪੁਰਖੋ ਤੁਸੀਂ ਮੇਰੇ ਜਿੰਨੇ ਵੀ ਗੁਨਾਹ ਨੇ ਸਾਰੇ ਬਖਸ਼ ਦਿਓ। ਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਗੁਨਾਹ ਬਖਸ਼ਾਉਣ ਵਾਸਤੇ ਤਾਂ ਅਸੀਂ ਤੈਨੂੰ ਜਿਹੜਾ ਸੀਗਾ ਇਹ ਸੱਦਾ ਪੱਤਰ ਭੇਜਿਆ ਸੀਗਾ। ਇਹ ਸੁਣ ਕੇ ਹੈ ਨਾ ਬੋਗਾ ਸਿੰਘ ਫਿਰ ਚੁੱਪ ਕਰ ਗਿਆ ਸੀਗਾ। ਜਦ ਚੁੱਪ ਕਰ ਗਿਆ ਫਿਰ ਮਹਾਂਪੁਰਖਾਂ ਨੇ ਪੁੱਛਿਆ ਸੀਗਾ ਬੋਗਾ ਸਿੰਘ ਨੂੰ ਵੀ ਦੱਸ ਤੇਰੇ ਪਿਤਾ ਦੇ ਇੱਕ ਸੱਟ ਕਿਵੇਂ ਲੱਗੀ ਆ। ਫਿਰ ਬੋਗਾ ਸਿੰਘ ਨੇ ਦੱਸਿਆ ਸੀਗਾ ਵੀ ਜਾਣੀ ਕਿ ਮੇਰੇ ਪਿਤਾ ਜੀ ਨੂੰ ਠੇਡਾ ਲੱਗ ਗਿਆ ਸੀਗਾ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਹੈ ਨਾ ਕਮਰ ਸੀਗੀ ਉਹ ਕਮਰ ਦਾ ਜਿਹੜਾ ਚੂੜਾ ਸੀਗਾ ਟੁੱਟ ਗਿਆ ਸੀਗਾ। ਤੇ ਬਾਬਾ ਜੀ ਨੇ ਫਿਰ ਕਿਹਾ ਕਹਿੰਦੇ ਭਾਈ ਉਹਦੇ ਕਰਮਾਂ ਦੇ ਵਿੱਚ ਦੁੱਖ ਲਿਖਿਆ ਸੀਗਾ ਤੇਰੇ ਪਿਤਾ ਦੇ ਕਰਮਾਂ 'ਚ ਤੇ ਤੇਰੇ ਕਰਮਾਂ 'ਚ ਉਹਨਾਂ ਦੀ ਸੇਵਾ ਲਿਖੀ ਸੀ। ਇਸ ਕਰਕੇ ਉਹਨੇ ਆਪਣਾ ਜਿਹੜਾ ਦੁੱਖ ਆ ਇਹਦੇ ਵਿੱਚ ਪੂਰਾ ਕਰ ਲੈਣਾ ਤੇ ਤੇਰੇ ਕਰਮਾਂ ਦੀ ਜਿਹੜੀ ਸੁੱਖ ਹੈਗਾ ਆਪਣੇ ਪਿਤਾ ਦੀ ਸੇਵਾ ਕਰਨੀ ਉਹ ਤੈਂ ਕਰ ਲੈਣਾ ਹੈਗਾ। ਤੇ ਬਾਕੀ ਰਹੀ ਸੇਵਾ ਦਾ ਫਲ ਉਹ ਜਿਹੜਾ ਸੇਵਾ ਦਾ ਫਲ ਤੂੰ ਆਪਣੇ ਪਿਤਾ ਦੀ ਸੇਵਾ ਕਰਦਾ ਤੈਨੂੰ ਜ਼ਰੂਰ ਮਿਲੇਗਾ। ਪਰ ਬੋਗਾ ਸਿੰਘ ਕਹਿਣ ਲੱਗਾ ਜੀ ਦੇਖੋ ਮੇਰੇ ਪਿਤਾ ਜੀ ਤਾਂ ਬੜੇ ਦੁਖੀ ਆ ਮੇਰੇ ਪਿਤਾ ਜੀ ਮੈਨੂੰ ਮੇਰੇ ਸੇਵਾ ਦਾ ਫਲ ਕਿਵੇਂ ਦੇਣਗੇ। ਤੇ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਭਾਈ ਮਾਤਾ ਪਿਤਾ ਚਾਹੇ ਸੇਵਾ ਦਾ ਫਲ ਦੇਣ ਜਾਂ ਨਾ ਦੇਣ ਪਰ ਪਰਮੇਸ਼ਰ ਜਿਹੜਾ ਉਹ ਹਰ ਟਾਈਮ ਇਸ ਸੇਵਾ ਨੂੰ ਦੇਖਦਾ ਉਹ ਸਮਾਂ ਪਾ ਕੇ ਫਲ ਜ਼ਰੂਰ ਦਿੰਦਾ ਹੈਗਾ। ਜਦ ਇਸ ਤਰ੍ਹਾਂ ਦੇ ਬਚਨ ਬਾਬਾ ਨੰਦ ਸਿੰਘ ਹੁਣਾਂ ਨੇ ਸਰਦਾਰ ਬੋਗਾ ਸਿੰਘ ਹੁਣਾਂ ਨੇ ਕੀਤੇ ਸੀ ਉਹਨਾਂ ਟਾਈਮਾਂ ਦੇ ਵਿੱਚ ਫਿਰ ਬੋਗਾ ਸਿੰਘ ਜਿਹੜੇ ਸੀ ਬਚਨ ਸੁਣ ਕੇ ਉਹਨਾਂ ਟਾਈਮਾਂ 'ਚ ਚੁੱਪ ਕਰ ਗਏ ਸੀ। ਫਿਰ ਮਹਾਂਪੁਰਖ ਨੇ ਇਹ ਬਤਿਆ ਸੀਗਾ ਬੋਗਾ ਸਿੰਘ ਨੂੰ ਕਹਿੰਦੇ ਦੇਖ ਪ੍ਰੇਮੀਆਂ ਮਾਤਾ ਪਿਤਾ ਦੀ ਸੇਵਾ ਸਭ ਤੋਂ ਉੱਤਮ ਹੈ ਤੇ ਇਹ ਹੀ ਪ੍ਰੇਮਾ ਭਗਤੀ ਹੈਗੀ ਆ। ਸਮਾਂ ਪਾ ਕੇ ਜਿਹੜਾ ਹੈ ਨਾ ਇਹਨੂੰ ਫਲ ਜ਼ਰੂਰ ਲੱਗੇਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਫਿਰ ਬੋਗਾ ਸਿੰਘ ਜਿਹੜੇ ਸੀਗੇ ਉਹਨਾਂ ਦੇ ਪਿਤਾ ਦੀ ਕੁਛ ਦਿਨਾਂ ਬਾਅਦ ਜਦ ਮ੍ਰਿਤੂ ਹੋਈ ਆ ਉਸ ਤੋਂ ਬਾਅਦ ਬੋਗਾ ਸਿੰਘ ਦੀ ਸੇਵਾ ਦਾ ਐਸਾ ਫਲ ਜਿਹੜਾ ਸੀਗਾ ਉਹਨਾਂ ਨੂੰ ਮਿਲਿਆ ਹੈ ਕਿ ਉਹਨਾਂ ਦੀ ਜੀਵਨ ਦੇ ਵਿੱਚ ਫਿਰ ਜਿਹੜਾ ਸੀਗਾ ਉਹ ਸਦਾ ਵਾਸਤੇ ਖੁਸ਼ੀਆਂ ਬਾਹਰ ਆ ਗਈਆਂ ਸੀ। ਗਰੀਬੀ ਵੀ ਚਲੀ ਗਈ ਸੀ ਆਰਥਿਕ ਦਸ਼ਾ ਬੜੀ ਉੱਚੀ ਹੋ ਗਈ ਸੀ। ਪਰ ਦੂਸਰੀ ਗੱਲ ਇਹ ਸੀਗੀ ਕਿ ਮਹਾਂਪੁਰਖਾਂ ਦੀ ਸੇਵਾ ਕਰਦਿਆਂ ਨੇ ਜੀਵਨ ਦੇ ਵਿੱਚ ਤਰ੍ਹਾਂ ਦੇ ਨਿਖਾਰ ਆ ਗਏ ਸੀ। ਸੋਨਾਂ ਦੀ ਦਿਨਾਂ ਦੇ ਵਿੱਚ ਫਿਰ ਚੜ੍ਹਦੀ ਕਲਾ ਹੋ ਗਈ ਸੀ। ਇਹ ਬਾਬਾ ਨੰਦ ਸਿੰਘ ਦੇ ਬਚਨ ਬੋਗਾ ਸਿੰਘ ਦੇ ਨਾਲ ਜਿਹੜੇ ਸੀ ਉਸ ਟਾਈਮ ਪੂਰੇ ਹੋਏ ਸੀ। ਇਸੇ ਤਰ੍ਹਾਂ ਨਾ ਪੁੰਨਿਆ ਤੇ ਬਾਬਾ ਨੰਦ ਸਿੰਘ ਹੁਣ ਜਿਹੜੇ ਸੀ ਗੁਰੂ ਨਾਨਕ ਸਾਹਿਬ ਨੂੰ ਭੋਗ ਲਵਾਉਂਦੇ ਹੁੰਦੇ ਸੀ। ਜਦ ਪ੍ਰਸ਼ਾਦੇ ਦਾ ਭੋਗ ਲੱਗਦਾ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਇੱਕ ਦਿਨ ਹੈ ਨਾ ਬਾਬਾ ਨੰਦ ਸਿੰਘ ਹੁਣਾਂ ਨੂੰ ਇਹ ਕਿਹਾ ਹੈਗਾ ਕਿ ਦੇਖੋ ਸੰਗਤ ਆਉਂਦੀ ਤੁਹਾਡੇ ਦਰਸ਼ਨ ਕਰਕੇ ਚਲੀ ਜਾਂਦੀ ਆ ਉਹਨਾਂ ਨੂੰ ਦਰਸ਼ਨਾਂ ਦਾ ਇੰਨਾ ਲਾਭ ਨਹੀਂ ਹੁੰਦਾ। ਅਗਰ ਤੁਸੀਂ ਰੋਜ਼ ਇੱਥੇ ਕਥਾ ਕੀਰਤਨ ਦਾ ਪ੍ਰੋਗਰਾਮ ਬਣਾਵੋ ਹੈ ਨਾ ਉਹਦੇ ਨਾਲ ਸੰਗਤ ਜ਼ਿਆਦਾ ਜਿਹੜੀ ਹੈ ਉਹ ਲਾਭ ਉਠਾ ਸਕਦੀ ਹੈ। ਤੇ ਬਾਬਾ ਨੰਦ ਸਿੰਘ ਹੁਣਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਮੱਥਾ ਟੇਕ ਦਿੱਤਾ। ਫਿਰ ਉਹਨਾਂ ਟਾਈਮਾਂ ਦੇ ਵਿੱਚ ਫਿਰ ਇੱਕ ਹਜੂਰਾ ਸਿੰਘ ਹੁੰਦਾ ਸੀ ਜਿਹੜਾ ਹੈ ਨਾ ਸ਼ੇਰਪੁਰ ਦਾ ਹੁੰਦਾ ਸੀਗਾ। ਇਹ 3 ਵਾਰ ਪਹਿਲਾਂ ਵੀ ਦਰਸ਼ਨ ਕਰਨ ਆਉਂਦਾ ਸੀ ਤੇ ਇੱਥੇ ਝਾੜੂ ਤੇ ਜਲ ਦੀ ਸੇਵਾ ਕਰਦਾ ਹੁੰਦਾ ਸੀ। ਫਿਰ ਮਹਾਂਪੁਰਖਾਂ ਨੇ ਜਿਹੜੀ ਸੀ ਨਾ ਸੰਗਤ ਨੂੰ ਇਹ ਉਹਨਾਂ ਟਾਈਮਾਂ 'ਚ ਬਚਨ ਕੀਤਾ ਕਿ ਕੋਈ ਵੀ ਜਿਹੜਾ ਹੈ ਨਾ ਜੋ ਰਾਗੀ ਹੈ ਜਾਂ ਕੋਈ ਵੀ ਕਥਾ ਵਿਚਾਰ ਹੈ ਇੱਥੇ ਗੁਰਬਾਣੀ ਦੀ ਕਥਾ ਜਿਹੜੀ ਜਿੰਨੀ ਵੀ ਸੰਗਤ ਆਉਂਦੀ ਉਹਨੂੰ ਸਰਵਣ ਕਰਾਵੇ ਤੇ ਅਗਰ ਕੋਈ ਗੁਰੂ ਘਰ ਦਾ ਕੀਰਤਨ ਕਰ ਸਕਦਾ ਹੈ ਨਾ ਉਹ ਵੀ ਸੇਵਾ ਕਰਿਆ ਕਰੇ। ਇਸ ਤਰ੍ਹਾਂ ਜਿਹੜਾ ਇਹ ਪ੍ਰੋਗਰਾਮ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਸ਼ੁਰੂ ਹੋਇਆ ਸੀਗਾ। ਸੋ ਇਹ ਜਿਹੜਾ ਹਜ਼ਾਰਾ ਸਿੰਘ ਹੁੰਦਾ ਸੀਗਾ ਜਿਹੜਾ ਕਈ ਵਾਰ ਮਹਾਂਪੁਰਖਾਂ ਦੀ ਸੇਵਾ ਕਰਦਾ ਝਾੜੂ ਦੀ ਵੀ ਸੇਵਾ ਕਰਦਾ ਸੀ ਤੇ ਹੋਰ ਵੀ ਸੇਵਾ ਕਰਦਾ ਹੁੰਦਾ ਸੀ। ਇੱਕ ਦਿਨ ਇਹਦੇ ਮਨ 'ਚ ਫੁਰਨ ਆਇਆ ਕਿ ਕਿਉਂ ਨਾ ਮੈਂ ਬਾਬਾ ਜੀ ਦੀ ਸੇਵਾ ਕਰਾਂ, ਬਾਬਾ ਜੀ ਸੇਵਾ ਕਰਕੇ ਮੇਰਾ ਜਨਮ ਸਫਲਾ ਹੋ ਜਾਵੇ। ਸੋ ਇਹਦੇ ਜਿਹੜੀ ਹੈ ਨਾ ਮਨ ਦੀ ਇਹ ਹਾਲਤ ਸੀਗੀ ਇਹ ਬਾਬਾ ਜੀ ਨੇ ਬੁੱਝ ਲਈ ਸੀ। ਪਰ ਗੱਲ ਇੱਥੇ ਸੀ ਕਿ ਹਜੂਰਾ ਸਿੰਘ ਦੇ ਜਿਹੜੇ ਪਰਿਵਾਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਘਾਟ ਸੀ। ਉਹ ਕੀ ਸੀ ਕਿ ਇਹਨਾਂ ਦੇ ਪਰਿਵਾਰ ਨੂੰ ਨਾ ਇੱਕ ਕੋੜ ਦੀ ਖਾਨਦਾਨੀ ਜਿਹੜੀ ਸੀ ਬਿਮਾਰੀ ਸੀ। ਸੋ ਉਸ ਟਾਈਮ ਬਾਬਾ ਨੰਦ ਸਿੰਘ ਹੁਣਾਂ ਨੇ ਭਾਈ ਹਜੂਰਾ ਸਿੰਘ ਦੇ ਦਿਲ ਦੀ ਗੱਲ ਬਾਕੀ ਆਪਣੇ ਪ੍ਰੇਮੀਆਂ ਨਾਲ ਸਾਂਝੀ ਕੀਤੀ ਤਾਂ ਪ੍ਰੇਮੀ ਕਹਿਣ ਲੱਗੇ ਠੀਕ ਹੈ ਅਗਰ ਹਜੂਰਾ ਸਿੰਘ ਜਿਹੜੇ ਹੈ ਆਪਦੀ ਸੇਵਾ ਕਰਨੀ ਚਾਹੁੰਦੇ ਆ ਤਾਂ ਉਹਨਾਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ। ਪਰ ਬਾਬਾ ਜੀ ਨੇ ਆਖਿਆ ਕਿ ਉਹਨਾਂ ਦੇ ਘਰ ਦੀ ਜਿਹੜੀ ਕੋੜ ਦੀ ਬਿਮਾਰੀ ਜਿਹੜੀ ਉਹਨਾਂ ਖਾਨਦਾਨੀ 'ਚ ਚੱਲਦੀ ਆ ਫਿਰ ਉਹਨੂੰ ਕੌਣ ਰੋਕੇਗਾ। ਇਹ ਸੁਣ ਕੇ ਫਿਰ ਸੰਗਤ ਚੁੱਪ ਕਰ ਗਈ। ਪਰ ਉਸ ਟਾਈਮ ਕੋਲ ਇੱਕ ਨੱਥਾ ਸਿੰਘ ਪ੍ਰੇਮੀ ਸੀਗੇ ਉਹ ਬਾਬਾ ਜੀ ਨੂੰ ਕਹਿਣ ਲੱਗੇ ਮਹਾਂਪੁਰਖੋ ਗੁਰੂ ਨਾਨਕ ਸਾਹਿਬ ਦਾ ਘਰ ਵਾ ਇੱਥੇ ਲੱਖਾਂ ਕੋੜੀਆਂ ਦੇ ਕੋੜ ਜਿਹੜੇ ਹੈ ਦੂਰ ਕਰ ਦਿੱਤੇ ਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸਿੰਘ ਫਿਰ ਚੁੱਪ ਕਰ ਗਏ। ਤੇ ਜਦ ਚੁੱਪ ਕੀਤੇ ਫਿਰ ਜਿਹੜਾ ਸੀਗੇ ਭਾਈ ਹਜੂਰਾ ਸਿੰਘ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਤੁਸੀਂ ਜਿਹੜਾ ਸਵੇਰੇ ਅੰਮ੍ਰਿਤ ਵੇਲੇ 3 ਵਜੇ ਆਇਆ ਕਰਨਾ ਤੇ 3 ਵਜੇ ਆ ਕੇ ਨਾ ਇੱਥੋਂ ਸ਼ਾਮ ਨੂੰ ਜਿਹੜਾ ਹੈਗਾ ਰਾਤ ਨੂੰ 10 ਵਜੇ ਜਾਇਆ ਕਰੋ।
इस तरह सीगा। फिर भाई हजूरा सिंह सी महापुरख का बचन मान के सवेरे 3 बजे आउंदे सी ते 4 बजे हजूरी सेवा करके शाम नूं तकरीबन 10-11 बजे अपने जिहड़े सी घर पहुँच जाते सीगे। उस तो बाद उन्हां दी जिहड़ियां ना सारियां जो खानदानी कोड़ सीगा वो भी बाबा जी की कृपा दृष्टि दे नाल दूर हो गया सी ते रूहानी ते तरक्की ते चढ़दी कला जिहड़ी सी उन्हां दी बन गई सी। सो खैर इन्ने ही बचन करदा होया दास खेमा दा जाचक है जी। होइयां भुल्लां चुकां दी खिमा बख्शनी। सो फतेह बुलाओ जी। वाहिगुरू जी का खालसा वाहिगुरू जी की फतेह।